ਕਿਸ਼ਕਈਆ ਟੀਵੀ ਚੈਨਲ ਦੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਦੇਸ਼ ਵਿਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਸਿੱਖ ਸੰਗਤਾਂ ਬਿਰਾਜਮਾਨ ਨੇ ਉਹਨਾਂ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕ ਵਧਾਈ ਹੋਵੇ। ਸੋ ਅੱਜ ਦਾ ਦਿਨ ਬੜਾ ਮੁਬਾਰਕ ਦਿਨ ਹੈ ਔਰ ਭਾਈ ਗੁਰਦਾਸ ਜੀ ਦੀ ਵਾਰ ਦੇ ਨਾਲ ਸ਼ੁਰੂ ਕਰਦੇ ਹਾਂ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪੁਲਵਾ। ਸੋ ਐਸੀ ਇੱਕ ਰੱਬੀ ਰੂਹ ਜਿਹਦੇ ਬਾਰੇ ਇਹ ਵੀ ਕਿਹਾ ਕਿ ਇੱਕ ਬਾਬਾ ਅਕਾਲ ਰੂਪ ਤੇ ਦੂਜਾ ਰਬਾਬੀ ਮਰਦਾਨਾ। ਅਕਾਲ ਰੂਪ ਬਾਬਾ ਜਦੋਂ ਉਹ ਚਾਨਣ ਬਣ ਕੇ ਇਸ ਧਰਤੀ 'ਤੇ ਪ੍ਰਕਾਸ਼ ਲੈ ਕੇ ਆਉਂਦੇ, ਉਸ ਵੇਲੇ ਜਦੋਂ ਹਰ ਪਾਸੇ ਤਰਾਹੀ ਮੱਚੀ ਹੋਈ ਸੀਗੀ, ਅਗਿਆਨਤਾ ਦਾ ਹਨੇਰਾ ਸੀਗਾ, ਤਾਂ ਹੀ ਭਾਈ ਗੁਰਦਾਸ ਜੀ ਆਖਦੇ ਨੇ ਆਪਣੀ ਵਾਰ ਦੇ ਵਿੱਚ, ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ, ਅੰਬਾਲ ਵੀ ਗੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ ਕਹੋ ਨਾਨਕ ਕਿਨ ਗਤ ਹੋਈ। ਸੋ ਇਹਨਾਂ ਸਤਰਾਂ ਦੇ ਨਾਲ ਸੋ ਅੱਜ ਆਪਾਂ ਗੁਰੂ ਨਾਨਕ ਸਾਹਿਬ ਦੇ ਆਗਮਨ ਦੇ ਨਾਲ ਜਿਹੜੀਆਂ ਜੋ ਵੀ ਵਾਰਾਂ ਦੇ ਵਿੱਚ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਕਿ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਮਤਲਬ ਇੱਕ ਸਿੰਘ ਦਾ ਉਹਨਾਂ ਨੂੰ ਖਿਤਾਬ ਦਿੱਤਾ ਕਿ ਜਦੋਂ ਸਿੰਘ ਨੇ ਉਸ ਧਰਤੀ 'ਤੇ ਭੰਨੀ ਜਾਏ ਨਾ ਧੀਰ ਧਰੋਇਆ। ਤਾਂ ਸੋ ਬਹੁਤ ਸਾਰੀਆਂ ਕੁਰੀਤੀਆਂ, ਬਹੁਤ ਸਾਰੇ ਜਿਹੜੇ ਕਹਿ ਲਓ ਜਿਹੜੀਆਂ ਪਰੰਪਰਾਵਾਂ ਸੀਗੀਆਂ, ਜਿਹੜੀਆਂ ਦਕੀਆਨੂਸੀ ਸੀ, ਘਟੀਆ ਸੀ, ਜਿਨ੍ਹਾਂ ਦਾ ਸਮਾਜ ਦੇ ਵਿੱਚ ਕੋਈ ਬਹੁਤ ਜ਼ਿਆਦਾ ਲਾਭ ਨਹੀਂ ਸੀਗਾ, ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਜੰਗ ਬਾਬਾ ਛੇੜਦਾ, ਉਹਦੇ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ ਖੁੱਲ੍ਹ ਕੇ। ਸੋ ਇੱਕ ਵਾਰੀ ਫਿਰ ਡਾਕਟਰ ਸਾਹਿਬ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸਮੁੱਚੇ ਜਗਤ ਨੂੰ। ਸਾਰਿਆਂ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਪਰਮਵੀਰ ਤੁਹਾਨੂੰ ਵੀ ਅਤੇ ਸਾਰੇ ਸਾਡੇ ਦਰਸ਼ਕਾਂ ਨੂੰ ਵੀ, ਸਮੁੱਚੀ ਲੋਕਾਈ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਜੀ ਬਿਲਕੁਲ, ਕਿਉਂਕਿ ਗੁਰੂ ਬਾਬਾ ਕੇਵਲ ਭਾਰਤ ਹੀ ਨਹੀਂ ਅਸੀਂ ਕਹਿ ਸਕਦੇ, ਉਹ ਇੱਕ ਜਗਤ ਗੁਰੂ ਹੋਏ ਨੇ। ਸੋ ਡਾਕਟਰ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਦੋਂ ਆਗਮਨ ਹੁੰਦਾ ਹੈ ਅਤੇ ਉਸ ਵੇਲੇ ਜਿਹੜੀਆਂ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ, ਜਿਹੜੀਆਂ ਉਸ ਵੇਲੇ ਦਾ ਆਪਾਂ ਲਿਖਤਾਂ ਰਚਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਗੁਰਬਾਣੀ ਦੇ ਵਿੱਚ, ਉਹ ਇਸ ਚੀਜ਼ ਦਾ ਦ੍ਰਿਸ਼ਟਾਂਤ ਨੇ ਪੁਖਤਾ ਕਿ ਉਸ ਵੇਲੇ ਕੀ ਹਾਲਾਤ ਸੀਗੇ, ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ, ਹਰ ਪੱਖ ਤੋਂ, ਹਰ ਪਾਸੇ ਤੋਂ ਜਿਹੜੀਆਂ ਫਿਜ਼ਾਵਾਂ ਉਦਾਸ ਸੀਗੀਆਂ ਔਰ ਡਾਵਾਂਡੋਲ ਸਥਿਤੀ ਬਣੀ ਹੋਈ ਸੀ ਸਮਾਜ ਦੀ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਅਤੇ ਬਾਬੇ ਚਾਰੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ। ਬਹੁਤ ਵੱਡੀ ਗੱਲ ਹੈ, ਛੋਟੀ ਨਹੀਂ ਹੈ, ਬਿਲਕੁਲ ਇਹ ਹੈ, ਪ੍ਰੈਕਟੀਕਲ ਹੋਇਆ। ਬਾਬਾ ਗੁਰੂ ਨਾਨਕ ਸਾਹਿਬ ਜਿਹੜੀ ਇੱਕ ਬਹੁਤ ਵੱਡੀ ਕ੍ਰਾਂਤੀ ਜਿਹੜੀ ਉਹਨਾਂ ਦੇ ਆਗਮਨ ਦੇ ਨਾਲ ਸ਼ੁਰੂ ਹੋ ਜਾਂਦੀ ਹੈ। ਜੇ ਮੈਂ ਕਹਾਂ ਕਿ ਜਿੰਨੀਆਂ ਦਕੀਆਨੂਸੀ ਪਰੰਪਰਾਵਾਂ ਸੀਗੀਆਂ, ਉਹਨਾਂ ਦਾ ਜਿਹੜਾ ਉਹਨਾਂ ਦੇ ਅੰਤ ਦਾ ਜਿਹੜਾ ਮੁੱਢ ਵੱਜ ਜਾਂਦਾ ਉਹਨਾਂ ਦੇ ਆਗਮਨ ਦੇ ਨਾਲ। ਬਿਲਕੁਲ ਬਿਲਕੁਲ। ਤੁਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ, ਉਸ ਫਲਸਫੇ ਨੂੰ ਜਿਹੜਾ ਚੇਂਜ ਹੋਇਆ ਉਸ ਵੇਲੇ, ਇੱਕ ਮੇਰੇ ਖਿਆਲੋਂ 12ਵੀਂ ਸਦੀ ਜਿਹੜੀ ਉਹ ਜੋਗੀਆਂ ਦੀ, ਜੁਗੰਤਰਾਂ ਦੀ ਸਦੀ ਰਹੀ ਆ, 9ਵੀਂ 10ਵੀਂ ਸਦੀ, 12ਵੀਂ ਸਦੀ ਤੱਕ ਮੇਰੇ ਖਿਆਲ ਇਹ ਚੱਲਦਾ ਰਿਹਾ। ਔਰ ਉਹਨਾਂ ਵਿੱਚ ਆਪਸ ਵਿੱਚ ਮੇਲ ਮਿਲਾਪ ਵੀ ਸੀ ਅਤੇ ਮਤਭੇਦ ਵੀ ਸੀ, ਜਿਹੜਾ ਆਪਾਂ ਇਤਿਹਾਸ ਪੜ੍ਹਦੇ ਹਾਂ, ਸਾਹਿਤ ਪੜ੍ਹਦੇ, ਉਹਦੇ ਵਿੱਚ ਮਿਲਦਾ। ਸੋ ਅਜਿਹੇ ਹਾਲਾਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਪੈਦਾ ਹੁੰਦੇ ਨੇ, ਆਉਂਦੇ ਨੇ ਇਸ ਧਰਤੀ 'ਤੇ, ਅਤੇ ਇੱਕ ਕ੍ਰਾਂਤੀਕਾਰੀ ਯੁੱਗ ਦਾ ਮੰਨਿਆ ਜਾਂਦਾ ਕਿ ਆਰੰਭ ਹੁੰਦਾ, ਇੱਕ ਮਤਲਬ ਨਵਾਂ ਪੰਥ ਚਲਾਇਆ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅਜਿਹਾ ਪੰਥ ਚਲਾਉਣ ਦੀ ਕੀ ਲੋੜ ਪਈ ਸੀ, ਔਰ ਤੁਸੀਂ ਕ੍ਰਾਂਤੀਕਾਰੀ ਨਜ਼ਰੀਏ ਤੋਂ ਗੁਰੂ ਨਾਨਕ ਸਾਹਿਬ ਨੂੰ ਕਿੰਝ ਰੱਖਦੇ ਦੇਖਦੇ? ਪਰ ਮੇਰੇ ਗੁਰੂ ਨਾਨਕ ਦਾ ਪ੍ਰਕਾਸ਼ ਜਿਹੜਾ ਹੈ ਉਹ ਵਾਕਿਆ ਹੀ ਦੁਨੀਆ ਦੇ ਵਿੱਚ ਇੱਕ ਕ੍ਰਾਂਤੀਕਾਰੀ ਘਟਨਾ ਸੀ, ਕਿਉਂਕਿ ਜੋ ਕੁਛ ਉਦੋਂ ਹੋ ਰਿਹਾ ਸੀ
ਉਹਦੇ ਵਿੱਚ ਸਮਾਜ ਵੀ ਤੇ ਰਾਜ ਸੱਤਾ ਵੀ ਜੀ ਸਾਰਿਆਂ ਦੇ ਵਿੱਚ ਹੀ ਬੜੀ ਅਣਹੋਣੀਆਂ ਜਿਹੀਆਂ ਗੱਲਾਂ ਵਾਪਰ ਰਹੀਆਂ ਸੀ, ਜੀ ਜੀ ਕਿਉਂਕਿ ਅਤਿਆਚਾਰ ਸਿਖਰਾਂ ਤੇ ਸੀ, ਰਾਜ ਸੱਤਾ ਦਾ ਵੀ, ਜੀ ਤੇ ਜਿਹੜਾ ਸਮਾਜ ਸੀ ਉਹਦੇ ਵਿੱਚ ਵੀ ਬੜੀਆਂ ਕੁਰੀਤੀਆਂ ਫੈਲ ਚੁੱਕੀਆਂ ਸੀ। ਜੀ ਜੀ ਤਾਂ ਪਰਾਇਆ ਹੱਕ ਖਾਣਾ ਜੀ ਬੜਾ ਆਮ ਜੀ ਗੱਲ ਸੀ, ਤੇ ਉਹਦੇ ਵਿਰੁੱਧ ਗੁਰੂ ਨਾਨਕ ਬੋਲਦੇ ਆ, ਹੱਕ ਪਰਾਇਆ ਨਾਨਕਾ ਉਸ ਸੁਰਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਗਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ, ਮਾਰਨ ਪਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ, ਨਾਨਕ ਗਲੀ ਕੂੜੀ ਕੂੜੋ ਪੱਲੇ ਪਾਏ। ਤਾਂ ਅੰਗ ਨੰਬਰ 141 ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀਆਂ ਪੰਕਤੀਆਂ ਦਰਜ ਨੇ। ਤਾਂ ਗੁਰੂ ਸਾਹਿਬ ਨੇ ਇਹ ਸਾਰੀਆਂ ਗੱਲਾਂ ਦੇ ਵਿਰੁੱਧ ਆਵਾਜ਼ ਉਠਾਈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਾਮ ਚੇਤਾ ਕਿਛ ਖਾਏ। ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਪਰਾਇਆ ਹੱਕ ਖਾਣ ਦੇ ਵਿਰੁੱਧ ਕਿੰਨੀ ਜ਼ੋਰਦਾਰ ਆਵਾਜ਼ ਚੁੱਕੀ, ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਕਿ ਪਰਾਇਆ ਹੱਕ ਖਾਣਾ ਕਿੰਨਾ ਗਲਤ ਹੈ। ਲੋਕਾਂ ਨੂੰ ਆਪਣੇ ਹੱਕ ਹਲਾਲ ਦੀ ਕਮਾਈ ਖਾਣੀ ਚਾਹੀਦੀ ਹੈ, ਤਾਂ ਕਿ ਸਮਾਜ ਦੇ ਵਿੱਚ ਸਹੀ ਜਿਹੜੀ ਵਿਚਾਰਧਾਰਾ ਉਹ ਪਣਪ ਸਕੇ ਤੇ ਸਮਾਜ ਜਿਹੜਾ ਉਹ ਸਹੀ ਰਾਹਾਂ ਤੇ ਚੱਲ ਸਕੇ। ਸਮਾਜ ਨੂੰ ਸੁਧਾਰਨ ਵਾਸਤੇ ਉਹਨਾਂ ਨੇ ਹੋਰ ਵੀ ਅਨੇਕ ਗੱਲਾਂ ਕੀਤੀਆਂ, ਜਿਵੇਂ ਜਾਤ ਪਾਤ ਦੇ ਵਿਰੁੱਧ ਉਹ ਬੋਲਦੇ ਨੇ, ਉੱਜਲ ਕਿਹਾ ਚਿਲਕਣਾ ਘੋਟਮ ਕਾਲੜੀ ਮੱਸ, ਧੋਤੀਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ। ਅੰਗ ਨੰਬਰ 729 ਤੇ ਉਹਨਾਂ ਦਾ ਇਹ ਮਹਾਵਾਕ ਉਕਰਿਆ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਸੋਹੀ ਮਹਲਾ ਪਹਿਲਾ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਦੇ ਵਿੱਚ ਬੜੇ ਕ੍ਰਾਂਤੀਕਾਰੀ ਕਦਮ ਪੁੱਟਦੇ ਨੇ, ਤੇ ਉਹਨਾਂ ਦੇ ਇਹਨਾਂ ਕਦਮਾਂ ਦੇ ਨਾਲ ਜਿਹੜਾ ਸਮਾਜ ਹੈ ਉਹਦੇ ਵਿੱਚ ਕੁਝ ਤਬਦੀਲੀ ਜ਼ਰੂਰ ਆਈ। ਤੇ ਇਹ ਜਿਹੜਾ ਡਾਕਟਰ ਸਾਹਿਬ ਨੇ ਟੁੱਕਾਂ ਦੇ ਹਵਾਲੇ ਨਾਲ ਦੱਸਿਆ ਹੈ, ਔਰ ਗੁਰੂ ਸਾਹਿਬ ਦੀਆਂ ਜਿਹੜੀਆਂ ਗੁਰਬਾਣੀ ਉਹਨਾਂ ਦੇ ਦੁਆਰਾ ਰਚੀ ਹੋਈ ਗੁਰਬਾਣੀ ਦੇ ਹਵਾਲੇ ਦੇ ਨਾਲ ਵਾਕਈ ਇਹ ਸਾਨੂੰ ਉਸ ਸਮੇਂ ਦੇ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਨੇ ਕਿ ਕਿੰਨੇ ਵਿਗੜੇ ਹੋਏ ਸੀਗੇ। ਜਿਹੜਾ ਤਿੜਕਿਆ ਹੋਇਆ ਸੀ ਮੂੰਹ ਮੁਹਾਂਦਰਾ ਸਮਾਜ ਦਾ, ਬਹੁਤ ਜ਼ਿਆਦਾ ਕੁਰੀਤੀਆਂ ਸੀ ਸਮਾਜ ਦੇ ਵਿੱਚ, ਇਸ ਗੱਲ ਦਾ ਇਸ਼ਾਰਾ ਹੈ। ਔਰ ਵੱਡਾ ਕਟਾਕਸ਼ ਸੀਗਾ ਉਸ ਵੇਲੇ ਦੇ ਸਮਾਜ ਦੇ ਵਿੱਚ, ਜਾਤ ਪਾਤ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ, ਹੋਰ ਕਰਮ ਕਾਂਡਾਂ ਦਾ ਬਹੁਤ ਜ਼ਿਆਦਾ ਬੋਲਬਾਲਾ ਸੀਗਾ, ਜਿਹੜਾ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਸਾਬਤ ਕਦਮੀ ਔਰ ਬਹੁਤ ਜ਼ੋਰਦਾਰ ਔਰ ਬੜੀ ਨਿਡਰਤਾ ਦੇ ਨਾਲ ਆਵਾਜ਼ ਇਹਨਾਂ ਦੇ ਖਿਲਾਫ ਉਠਾਈ ਆ। ਡਾਕਟਰ ਸਾਹਿਬ ਜੇ ਆਪਾਂ ਕਦਰਾਂ, ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰੀਏ, ਜਿਹੜੀਆਂ ਉਸ ਵੇਲੇ ਤਕਰੀਬਨ ਮਨਫੀ ਹੋ ਚੁੱਕੀਆਂ ਸੀ ਸਮਾਜ ਦੇ ਵਿੱਚੋਂ, ਅੱਜ ਵੀ ਉਹੀ ਹਾਲਾਤ ਨੇ। ਕੋਈ ਅਸੀਂ ਖਾਸ ਇਹ ਨਹੀਂ ਕਹਿ ਸਕਦੇ ਦਾਅਵੇ ਨਾਲ ਕਿ ਬਦਲ ਚੁੱਕੇ ਨੇ, ਬਲਕਿ ਉਸ ਤੋਂ ਵੀ ਬਦਤਰ ਨੇ। ਔਰ ਉਹਨਾਂ ਕਰਮਵੀਰ ਸਾਰੇ ਜਿਹੜੇ ਵੀ ਆਪਾਂ ਸਮਾਜ ਦੇਖੀਏ, ਚਾਹੇ ਰਾਜ ਸੱਤਾ ਦੇਖੀਏ, ਹਰ ਥਾਂ ਤੇ ਉਹੀ ਜਿਹੜੇ ਹਾਲਾਤ ਨੇ ਉਹੀ ਬਣੇ ਹੋਏ ਨੇ। ਇਸੇ ਕਰਕੇ ਸਾਨੂੰ ਵਾਰ-ਵਾਰ ਗੁਰੂ ਨਾਨਕ ਸਾਹਿਬ ਦੀ ਬਾਣੀ ਚੋਂ ਉਦਾਹਰਨ ਹਵਾਲੇ ਲੈ ਕੇ ਸਾਨੂੰ ਲੋਕਾਂ ਨੂੰ ਦੱਸਣਾ ਪੈਂਦਾ ਕਿ ਗੁਰੂ ਸਾਹਿਬ ਨੇ ਆਹ ਸਿੱਖਿਆ ਦਿੱਤੀ, ਇਹਦੇ ਤੇ ਚੱਲਣਾ ਚਾਹੀਦਾ, ਗੁਰੂ ਸਾਹਿਬ ਨੇ ਆਹ ਕਿਹਾ, ਇਹਦੇ ਤੇ ਚੱਲਣਾ ਚਾਹੀਦਾ। ਜੀ ਪਰ ਬਦਕਿਸਮਤੀ ਇਹ ਹੈ ਕਿ ਅਸੀਂ ਉਹਨੂੰ ਸੁਣ ਲੈਂਦੇ ਹਾਂ, ਮੰਨ ਵੀ ਲੈਂਦੇ ਕਦੇ, ਪਰ ਮੰਨ ਕੇ ਵਿਚਾਰਦੇ ਨਹੀਂ, ਤੇ ਵਿਚਾਰਨ ਤੋਂ ਬਾਅਦ ਫਿਰ ਅਮਲਾਂ ਦਾ ਅਗਲਾ ਸਟੈਪ ਜਿਹੜਾ ਹੁੰਦਾ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਜ਼ਹਿਨ ਦੇ ਵਿੱਚ ਨਹੀਂ ਹੈਗੀਆਂ। ਇਹੀ ਕਾਰਨ ਹੈ ਕਿ ਅਸੀਂ ਉਹਦੇ ਤੋਂ ਬਹੁਤਾ ਲਾਭ ਨਹੀਂ ਉਠਾ ਰਹੇ। ਸੋ ਸਮਾਜ ਦੇ ਵਿੱਚ ਫੈਲੇ ਹੋਏ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਜਿਹੜਾ ਮੇਰੇ ਖਿਆਲ ਸਬਜੈਕਟ ਵਾਈਜ਼ ਗੁਰੂ ਨਾਨਕ ਸਾਹਿਬ ਚੱਲੇ ਆ। ਮੈਂ ਹੈਰਾਨ ਹੁੰਦੀ ਕਈ ਵਾਰੀ ਕਿ ਕਿਸ ਐਂਗਲ ਤੋਂ ਗੁਰੂ ਬਾਬਾ ਨੇ ਇਹ ਦੇਖਿਆ ਕਿ ਸਮਾਜ ਦੀ ਹਰ ਜਿਹੜੀ ਉਹ ਕ੍ਰਿਤੀ ਨੂੰ, ਹਰ ਇੱਕ ਐਸੀ ਤਕੀਆਨੂਸੀ ਜਿਹੜੀ ਰਵਾਇਤ ਸੀਗੀ, ਉਹਨੂੰ ਕਿਵੇਂ ਆਪਣੇ ਸ਼ਬਦਾਂ 'ਚ ਦੇਖੋ ਬਿਆਨ ਕੀਤਾ। ਕ੍ਰਾਂਤੀਕਾਰੀ ਇੱਕ ਰੰਗਤ ਦਿੱਤੀ। ਦੇਖੋ ਨੈਤਿਕ ਕਦਰਾਂ ਕੀਮਤਾਂ, ਸਭ ਤੋਂ ਪਹਿਲਾਂ ਡਾਕਟਰ ਸਾਹਿਬ ਮੇਰਾ ਖਿਆਲ ਹੈ ਕਿ ਉਹਨਾਂ ਨੇ ਧਰਮ, ਜਿਹੜਾ ਧਰਮ ਦੇ ਉਸ ਵੇਲੇ ਬਹੁਤ ਗਲਤ ਅਰਥ ਜਿਹੜੇ ਕਰਕੇ ਦੱਸੇ ਜਾਂਦੇ ਸੀ, ਦਿੱਤੇ ਜਾਂਦੇ ਸੀ, ਜਾਂ ਬਹੁਤ ਗਲਤ ਅਰਥ ਕੱਢਿਆ ਤਾਂ ਅੱਜ ਵੀ ਇਹੀ ਜਾਂਦਾ। ਤਾਂ ਮੇਰੇ ਖਿਆਲ ਸਭ ਤੋਂ ਪਹਿਲਾਂ ਬਾਬਾ ਨਾਨਕ ਨੇ, ਜਦੋਂ ਆਪਾਂ ਗੱਲ ਕਰਦੇ ਹਾਂ ਇਤਿਹਾਸ ਮੁਤਾਬਕ, ਕਿ ਜਦੋਂ ਉਹਨਾਂ ਨੂੰ ਜਨੇਊ ਪਾਉਣ ਦੀ
ਰੀਤ ਜਿਹੜੀ ਹੁੰਦੀ ਆ ਤੇ ਪੰਡਤ ਜਦੋਂ ਉਹਨਾਂ ਨੂੰ ਜਨੇਊ ਪਾਉਣ ਆਉਂਦਾ ਤੇ ਉਦੋਂ ਉਹ ਜਿਹੜੀ ਸਭ ਤੋਂ ਪਹਿਲਾਂ ਕ੍ਰਾਂਤੀਕਾਰੀ ਉਹਨਾਂ ਦਾ ਕਦਮ ਉਹ ਗਿਣਿਆ ਜਾ ਸਕਦਾ ਜਦੋਂ ਉਹਨਾਂ ਨੇ ਕਿਹਾ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਾਟੇ ਜਨੇਊ ਜੀਆ ਕਹਾਈ ਤਪਾੜੇ ਘੱਤ ਨਾਏ ਟੁੱਟੇ ਨਾ ਮਨ ਲੱਗੇ ਨਾਏ ਜਲੇ ਨਾ ਜਾਏ ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਇਸੇ ਤਰੀਕੇ ਨਾਲ ਅੱਗੇ ਉਹ ਜਿਹੜੇ ਉਸ ਵੇਲੇ ਦੀਆਂ ਜਾਤਾਂ ਪਾਤਾਂ ਨੇ ਉਹਨਾਂ ਉੱਤੇ ਚੋਟ ਕਰਦੇ ਹੋਏ ਕਹਿੰਦੇ ਆ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਸ੍ਰਿਸ਼ਟੀ ਸਭ ਇੱਕ ਵਰਣ ਹੋਈ ਧਰਮ ਕੀ ਗਤ ਰਹੀ। ਧਨਾਸਰੀ ਮਹੱਲਾ ਪਹਿਲਾ ਦੇ ਵਿੱਚ ਘਰ ਨੰਬਰ 3 ਤੇ ਅੰਗ ਨੰਬਰ 662 ਉੱਤੇ ਗੁਰੂ ਜੀ ਕਹਿੰਦੇ ਤੇ ਇਸੇ ਤਰ੍ਹਾਂ ਅੰਗ ਨੰਬਰ 662 ਉੱਤੇ ਹੀ ਉਹਨਾਂ ਨੇ ਹੋਰ ਕਿਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆ ਕਾਏ ਜੋਗੀ ਜੁਟ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ। ਸੋ ਇੰਨੀ ਜ਼ਿਆਦਾ ਵੱਡੀ ਮਤਲਬ ਗੱਲ ਕਹਿ ਜਾਂਦੇ ਆ ਉਹ ਤੇ ਇਸ ਵਾਸਤੇ ਉਹਨਾਂ ਨੂੰ ਕ੍ਰਾਂਤੀਕਾਰੀ ਹੀ ਕਿਹਾ ਜਾਏਗਾ ਕਿ ਜਿਨ੍ਹਾਂ ਨੇ ਉਸ ਵੇਲੇ ਦੇ ਬੜੇ ਦਕਿਆਂ ਨੂੰ ਸੀ ਸਮਾਜ ਦੇ ਉੱਤੇ ਚੋਟਾਂ ਕੀਤੀਆਂ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਡਾਕਟਰ ਸਾਹਿਬ ਜਦੋਂ ਉਹ ਇਸ ਗੱਲ ਦੀ ਕਰਦੇ ਆ ਜਦੋਂ ਪਹਿਲਾ ਕਦਮ ਉਹਨਾਂ ਦਾ ਜਨੇਊ ਤੋਂ ਇਨਕਾਰ ਕਰਦੇ ਔਰ ਅੰਗ ਨੰਬਰ 471 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦਰਜ ਹੈਗਾ ਦਇਆ ਕਪਾਹ ਸੰਤੋਖ ਸਤ ਸੂਤ ਜਤ ਗੰਢੀ ਸਤਵਟ ਵਾਲਾ ਸ਼ਬਦ ਔਰ ਕਹਿੰਦੇ ਕਿ ਵੀ ਪਹਿਲਾਂ ਉਹਨਾਂ ਨੇ ਕਿਹਾ ਕਿ ਮੇਰੀ ਭੈਣ ਨੂੰ ਇਹ ਜਨੇਊ ਪਾਓ ਤਾਂ ਉਹਨਾਂ ਨੇ ਪੰਡਤ ਨੇ ਕਿਹਾ ਕਿ ਇਹ ਔਰਤ ਹੋਣ ਕਰਕੇ ਜਨੇਊ ਇਹਨੂੰ ਨਹੀਂ ਪਹਿਨਾਇਆ ਜਾ ਸਕਦਾ। ਦੇਖੋ ਕਿੱਡੀ ਕ੍ਰਾਂਤੀਕਾਰੀ ਇੱਕ ਆਵਾਜ਼ ਸੀ ਬਾਬੇ ਦੀ। ਉਹਨਾਂ ਨੇ ਕਿਹਾ ਕਿ ਜਿਸ ਧਰਮ ਦੇ ਵਿੱਚ ਔਰਤ ਨੂੰ ਬਰਾਬਰਤਾ ਦਾ ਦਰਜਾ ਨਹੀਂ ਦਿੱਤਾ ਜਾਂਦਾ ਤੇ ਮੈਨੂੰ ਉਹ ਧਰਮ ਬਰਾਬਰ ਮਨਜ਼ੂਰ ਨਹੀਂ। ਇਹੀ ਕਾਰਨ ਹੈ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਚਲਾਉਣ ਦੀ ਮੇਰੇ ਖਿਆਲ ਇਸੇ ਕਰਕੇ ਲੋੜ ਪਈ ਕਿ ਜਿਹੜਾ ਪਹਿਲਾਂ ਚੱਲ ਰਿਹਾ ਸੀ ਉਹਦੇ ਵਿੱਚ ਬਹੁਤ ਸਾਰੀਆਂ ਨਿਰਮੂਲ ਔਰ ਜਿਹੜੀਆਂ ਮਹਿਲਾਂ ਸੀਗੀਆਂ ਮਹਿਲਾਂ ਨਾਲ ਭਰਿਆ ਹੋਇਆ ਸੀ। ਉਹ ਜੋ ਗੱਲ ਕਰਦੇ ਆ ਕਿ ਜਤ ਗੰਢੀ ਸੱਤ ਵੱਟ ਕੀ ਉਹਨਾਂ ਨੇ ਪੁੱਛਿਆ ਕਿ ਹੇ ਪੰਡਤ ਤੇਰੇ ਇਸ ਜਨੇਊ ਦੇ ਵਿੱਚ ਜਤ ਸਤ ਸੰਤੋਖ ਦਇਆ ਇਹ ਸਾਰੇ ਜਿਹੜੇ ਮੂਲ ਨੇ ਇੱਕ ਜੀਵਨ ਦੇ ਗੁਣ ਇਹ ਹੈਗੇ ਨੇ। ਜੇਕਰ ਇਹ ਨਹੀਂ ਹੈਗੇ ਜੇ ਇਹ ਜਨੇਊ ਜੀਆ ਕਾ ਹੈ ਤਾਂ ਪਾਂਡੇ ਕੱਤ ਜੇਕਰ ਇਹ ਸਾਰੇ ਮੂਲ ਗੁਣ ਤੇ ਉਹਦੇ ਵਿੱਚ ਹੈ ਤਾਂ ਤੂੰ ਬੜੀ ਖੁਸ਼ੀ ਨਾਲ ਮੈਨੂੰ ਪਹਿਨਾ ਦੇ। ਜੇਕਰ ਨਹੀਂ ਅਗਲੀ ਗੱਲ ਕੀ ਕਹਿੰਦੇ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ। ਕਹਿੰਦੇ ਵੀ ਐਸਾ ਜਨੇਊ ਜਿਹੜੇ ਜਿਹਦੀ ਉਹ ਗੱਲ ਕਰਦੇ ਨੇ ਜਿਹਦੇ ਵਿੱਚ ਦਇਆ ਸੰਤੋਖ ਜਤ ਸਤ ਹੈ ਕਹਿੰਦੇ ਇਹ ਨਾ ਟੁੱਟਦਾ ਹੈ ਨਾ ਇਹਨੂੰ ਮੈਲ ਲੱਗਦੀ ਆ ਨਾ ਇਹ ਜਲਾਇਆ ਜਾ ਸਕਦਾ। ਧੰਨ ਸਮਾਨ ਸਨਾਨਕਾ ਜੋ ਗੱਲ ਚੱਲੇ ਪਾਈ। ਕਹਿੰਦੇ ਉਹ ਮਨੁੱਖ ਧੰਨ ਨੇ ਜਿਨ੍ਹਾਂ ਨੇ ਅਜਿਹੇ ਜਨੇਊ ਧਾਰਨ ਕੀਤੇ ਹੋਏ ਨੇ। ਔਰ ਵੇਖੋ ਫਿਰ ਉਹ ਕਹਿੰਦੇ ਵੀ ਇਸ਼ਾਰਾ ਕੀ ਕਰਦੇ ਨੇ ਗੁਰੂ ਸਾਹਿਬ ਉਹ ਕਹਿੰਦੇ ਵੀ ਜੇ ਇਹ ਚੀਜ਼ਾਂ ਨਹੀਂ ਹੈਗੀਆਂ ਦਇਆ ਨਹੀਂ ਹੈ ਸੰਤੋਖ ਨਹੀਂ ਹੈ ਜਤ ਨਹੀਂ ਹੈ ਸਤ ਨਹੀਂ ਹੈ ਜਿਨ੍ਹਾਂ ਤੇ ਜਿਹੜਾ ਬੇਸ ਹੁੰਦਾ ਇੱਕ ਸੁਚਾਰ ਜੀਵਨ ਦਾ ਇੱਕ ਸੁਚਾਰ ਮਨੁੱਖ ਦਾ ਹੈ ਨਾ ਕਿ ਸੁਚਾਰ ਮਨੁੱਖ ਦੀ ਗੱਲ ਕਰਾਂਗੇ ਤਾਂ ਜੇ ਨਹੀਂ ਹੈ ਤਾਂ ਪਿੱਛੇ ਕੀ ਬਚਦਾ ਡਾਕਟਰ ਸਾਹਿਬ ਕਰਮ ਕਾਂਡ ਬਚਦੇ ਨੇ ਫੋਕਟ ਕਰਮ ਬਚਦੇ ਨੇ ਔਰ ਫਿਰ ਤਾਂ ਕ੍ਰਿਓਲਿਟੀ ਬਚਦੀ ਹੈ। ਜੇ ਦਇਆ ਨਹੀਂ ਹੈਗੀ ਜਿਸ ਬੰਦੇ ਦੇ ਅੰਦਰ ਦਇਆ ਨਹੀਂ ਹੈਗੀ ਤਾਂ ਫਿਰ ਉਹ ਉੱਥੇ ਕੀ ਹੈ। ਇਹ ਸਾਨੂੰ ਜਿਹੜੀਆਂ ਕ੍ਰਾਂਤੀਕਾਰੀਆਂ ਜਿਹੜੀਆਂ ਰਚਨਾਵਾਂ ਹੈਗੀਆਂ ਬਾਬੇ ਦੀਆਂ ਦੱਸਦੀਆਂ ਨੇ ਕਿ ਉਸ ਵੇਲੇ ਕਿਸ ਤਰ੍ਹਾਂ ਕੂੜ ਅਮਾਵਸਕ ਚੰਦਰਮਾ ਦੀ ਸੇ ਨਾਹੀ ਕਹਿ ਚੜਿਆ ਹਾਂ ਬਾਲ ਵੀ ਗੁੰਨੀ ਹੈ ਅੰਧੇਰੇ ਰਾਹ ਕੋਈ ਵਿੱਚ ਹਾਂ ਮੈਂ ਕਰ ਦੁੱਖ ਰੋਈ। ਸੋ ਇਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਪਹਿਲਾਂ ਉਹਨਾਂ ਨੇ ਧਰਮ ਨੂੰ ਨਿਸ਼ਾਨਾ ਬਣਾਇਆ ਫਿਰ ਅਗਲੀ ਗੱਲ ਉਹ ਜਿਹੜੀ ਕਰਦੇ ਆ ਜਿਹੜੀ ਤੁਸੀਂ ਜਾਤ ਪਾਤ ਦੀ ਇਸੇ ਦੇ ਵਿੱਚ ਮੇਰੇ ਖਿਆਲ ਇਸੇ ਸਬਜੈਕਟ ਦੇ ਵਿੱਚ ਆ ਜਾਂਦਾ ਸਬਜੈਕਟ ਵਾਈਜ਼ ਗੁਰੂ ਸਾਹਿਬ ਚੱਲੇ ਆ ਕਿਉਂਕਿ ਪਹਿਲਾਂ ਉਹਨਾਂ ਨੇ ਧਰਮ ਨੂੰ ਫਿਰ ਉਹਨਾਂ ਨੇ ਜਿਹੜਾ ਹੈਗਾ ਰਾਜਨੀਤੀ ਨੂੰ ਨਿਸ਼ਾਨਾ ਬਣਾਇਆ ਫਿਰ ਉਹਨਾਂ ਨੇ ਕਿਉਂਕਿ ਧਰਮ ਦੇ ਵਿੱਚ ਹੀ ਜਾਤ ਪਾਤ ਵਾਲਾ ਜਿਹੜਾ ਆ ਜਾਂਦਾ ਉਸੇ ਦੇ ਵਿੱਚ ਮੇਰੇ ਖਿਆਲ ਸਾਰੀ ਗੁਰਬਾਣੀ ਦੇ ਵਿੱਚ ਇਹ ਆਉਂਦਾ ਔਰ ਇੱਕ ਕਰਮ ਕਾਂਡ ਦਾ ਜਿਹੜਾ ਖੰਡਨ ਕੀਤਾ ਉਹ ਵੀ ਇਹਦੇ ਵਿੱਚ ਹੀ ਜਿਹੜਾ ਧਰਮ ਵਾਲੇ ਅਸੀਂ ਉਹਦੇ ਲੈਸਨ ਦੇ ਵਿੱਚ ਰੱਖੀਏ ਜਿਹੜਾ ਉਹਨਾਂ ਦਾ ਸਬਜੈਕਟ ਸੀਗਾ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜਦੋਂ ਉੱਥੇ ਆਪਣੇ ਮੇਰੇ ਖਿਆਲ ਹਰਿਦੁਆਰ ਆਪਣੇ ਜਿੱਥੇ ਆਰਤੀ ਉਤਾਰੀ ਸੀਗੀ ਸ਼੍ਰੀ ਕਿਹੜਾ ਜਗਨਨਾਥਪੁਰੀ ਹਾਂਜੀ ਜਗਨਨਾਥਪੁਰੀ ਉੱਥੇ ਵੀ ਵੇਖੋ ਤੁਸੀਂ ਇਹ ਸਾਰਾ ਸਬਜੈਕਟ ਜਿਹੜਾ ਸ਼ੁਰੂ ਕੀਤਾ ਧਰਮ ਦਾ ਤੇ ਜਦੋਂ ਇੱਥੋਂ ਗੱਲ ਸ਼ੁਰੂ ਕਿੱਥੋਂ ਹੁੰਦਾ ਸਟੈਪ ਉਹਨਾਂ ਦਾ
ਕਿੱਦਾਂ ਆ ਕਪਾਹ ਸੰਤੋਖ ਸੱਤ ਵਾਲੇ ਤੋਂ ਸੂਤ ਤੋਂ। ਧਰਮ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਜਨੇਊ ਤੋਂ ਇਨਕਾਰ ਕੀਤਾ, ਇਹ ਸਾਰਾ ਫਿਰ ਅਗਲਾ ਕਰਮਕਾਂਡ ਖੰਡਨ ਆ ਜਾਂਦਾ। ਉੱਥੇ ਜਗਨਨਾਥਪੁਰੀ ਜਦੋਂ ਆਰਤੀ ਉਤਾਰੀ ਜਾਂਦੀ ਹੈ ਤੇ ਉੱਥੇ ਫਿਰ ਉਹ ਆਪਣੀ ਜਿਹੜੀ ਆਰਤੀ ਆ ਉਤਾਰਦੇ ਹੋ। ਕੀ ਕਹਿੰਦੇ ਨੇ? ਗਗਨ ਮਹਿ ਥਾਲ ਦੀਪਕ ਬਣੇ ਤਾਰਕਾ, ਗगन महे थाल रव चंद दीपक बने तारका, मंडल जनक मोती धूप मल आन लो, पवन चवर करे सगल बन राय फूलंत ज्योति, कैसी आरती होवे भव खंडना तेरी आरती, अणहाता शब्द वजंत पेरी। सो ਉੱਥੇ ਵੀ ਦੇਖੋ ਕਿੱਡਾ ਕ੍ਰਾਂਤੀਕਾਰੀ ਇੱਕ ਆਪਣਾ ਰੂਪ ਦਿਖਾਉਂਦੇ ਨੇ ਕਿ ਉਸ ਕਰਮ ਕਾਂਡ ਦਾ ਖੰਡਨ ਕਰਦੇ ਹੋਏ ਕਹਿੰਦੇ ਨੇ। ਔਰ ਡਾਕਟਰ ਸਾਹਿਬ ਮੈਂ ਬੜੀ ਹੈਰਾਨ ਹੈ ਕਿ ਉਹਨਾਂ ਨੇ ਮੱਲਿਆ ਪਰਬਤ ਤੋਂ ਜਿਹੜੀ ਉੱਡ ਕੇ ਆਉਣ ਵਾਲੀ ਉਹਦਾ ਵੀ ਜ਼ਿਕਰ ਕੀਤਾ ਕਿ ਸਿੰਬਲ ਕਿਹੋ ਜਿਹੇ ਲਾਏ ਆ, ਕਮਾਲ ਦੇ ਸਿੰਬਲ ਹੈ ਕੁਰਬਾਨੀ ਦੇ ਵਿੱਚ। ਅਸਮਾਨ ਨੂੰ ਪੂਰਾ ਕਹਿਣਾ ਕਿ ਥਾਲ ਅਸਮਾਨ ਥਾਲ ਹੈ, ਰਬ ਚੰਦ ਦੀਪਕ ਬਣੇ ਤਾਰਕਾ, ਰਬ ਮਤਲਬ ਜਿਹੜਾ ਸੂਰਜ ਹੈ, ਚੰਦ ਚੰਦਰਮਾ ਉਹ ਦੀਵੇ ਨੇ ਜੀ, ਤਾਰਕਾ ਮੰਡਲ ਜਨਕ ਮੋਤੀ, ਉਹ ਮੋਤੀਆਂ ਵਾਂਗ ਡਲਕ ਰਹੇ ਬਿਲਕੁਲ। ਸੋ ਮੱਲਿਆ ਪਰਬਤ ਤੋਂ ਜਿਹੜਾ ਉਹਨਾਂ ਨੇ ਪਵਨ ਚੌਰ ਕਰਦੀ ਪਈ ਹੈ ਵੀ ਉਹਨਾਂ ਨੇ ਕਿੰਨਾ ਕਿਹਾ ਕਿ ਜਿਹੜੀ ਕੁਦਰਤ ਦੀ ਜਿਹੜੀਆਂ ਸਾਰੀ ਬਨਸਪਤੀ ਜਿਹੜੀ ਹੈ ਬਿਲਕੁਲ ਆਰਤੀ ਉਤਾਰ ਰਹੀ ਹੈ ਬ੍ਰਹਮੰਡ ਦੀ, ਉਸ ਪ੍ਰਭੂ ਦੀ। ਬਿਲਕੁਲ ਨਿਰਾਕਾਰ ਬਿਲਕੁਲ। ਸੋ ਬੜੀਆਂ ਵੱਡੀਆਂ, ਮੈਂ ਤਾਂ ਹੈਰਾਨ ਹੋ ਜਾਂਦੀ ਹਾਂ ਦੇਖ ਕੇ ਕਿ ਮੱਲਿਆ ਪਰਬਤ ਦੀ ਗੱਲ ਕੀਤੀ ਵੀ ਉੱਥੋਂ ਜਿਹੜੀ ਆਉਣ ਵਾਲੀ ਪਵਨ ਹੈ ਜਿਹਦੇ ਬਾਰੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਹਤ। ਸੋ ਵੱਡਾ ਕਟਾਕਸ਼ ਸੀਗਾ। ਅੱਜ ਕੀ ਹੈ ਕਿ ਅਸੀਂ ਹੁਣ ਅਸੀਂ ਮਨਾਂ ਅੰਦਰ ਡਾਕਟਰ ਸਾਹਿਬ ਝਾਤੀ ਮਾਰੀਏ ਕਿ ਜਿਹੜੇ ਕਰਮਕਾਂਡ ਤੋਂ ਬਾਬੇ ਨੇ ਸਾਨੂੰ ਬਾਅਦ ਲੀਲ ਸਾਨੂੰ ਵਰਜਿਆ ਕਿ ਅਸੀਂ ਬਾਹਰ ਆਏ ਉਹਨਾਂ ਤੋਂ, ਇਹ ਸਵਾਲੀਆ ਨਿਸ਼ਾਨ ਹੈ। ਔਰ ਡਾਕਟਰ ਸਾਹਿਬ ਇੱਕ ਚੀਜ਼ ਹੋਰ ਇਸ ਤੋਂ ਪਹਿਲਾਂ ਵੀ ਮੇਰੇ ਜਿਹੜੀ ਜ਼ਹਿਨ ਦੇ ਵਿੱਚ ਆਉਂਦੀ ਆ ਕਿ ਜਿਹੜਾ ਅੱਜ ਦਾ ਦਿਨ ਆਪਾਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ, ਆਪਾਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਕਿ ਵੱਖ-ਵੱਖ ਕਦੇ ਉਹਨਾਂ ਦੇ ਕਿਹਾ ਜਾਂਦਾ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਜਿਹੜਾ ਉਹਨਾਂ ਦਾ ਜਿਹੜਾ ਅਵਤਾਰ ਪੁਰਬ ਸੀਗਾ। ਔਰ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ, ਇਹਦੇ ਤੇ ਥੋੜਾ ਜਿਹਾ ਚਾਨਣਾ ਪਾਓ। ਇਹਨਾਂ ਵੱਖ-ਵੱਖ ਵਿਦਵਾਨਾਂ ਨੇ ਸਿੱਧ ਕੀਤਾ ਹੈਗਾ ਕਿ ਇਹ ਜਿਹੜਾ ਕੱਤਕ ਦੀ ਪੂਰਨਮਾਸ਼ੀ ਕਿਹਾ ਜਾਂਦਾ ਹੈ, ਦਰਅਸਲ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਉਹਨਾਂ ਦਾ ਜਨਮ ਨਹੀਂ ਹੋਇਆ, ਬਲਕਿ ਉਹਨਾਂ ਦਾ ਜਨਮ ਵਿਸਾਖ ਦੇ ਮਹੀਨੇ 'ਚ ਹੋਇਆ। ਤਾਂ ਇਹ ਫਿਰ ਪੁੱਛਿਆ ਗਿਆ ਕਿ ਕਿਉਂ ਕੱਤਕ ਦੇ ਪੂਰਨਮਾਸ਼ੀ ਨੂੰ ਲਾਇਆ ਗਿਆ। ਤਾਂ ਕਿਹਾ ਜਾਂਦਾ ਕਿ ਕਿਉਂਕਿ ਸਮਾਜ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਜਿਹੜਾ ਬੱਚਾ ਕੱਤੇ ਦਾ ਜੰਮਿਆ ਹੁੰਦਾ, ਕੱਤਕ ਮਹੀਨੇ ਦਾ ਜੰਮਿਆ ਹੁੰਦਾ, ਉਹਨੂੰ ਅਸ਼ੁਭ ਮੰਨਿਆ ਜਾਂਦਾ ਸੀ, ਨੈਸ਼ ਮੰਨਿਆ ਜਾਂਦਾ ਸੀ। ਤੇ ਉਸ ਨੈਸ਼ ਨੂੰ ਖਤਮ ਕਰਨ ਵਾਸਤੇ, ਇਹ ਦਰਸਾਉਣ ਵਾਸਤੇ ਕਿ ਦੇਖੋ ਸਾਡੇ ਗੁਰੂ ਸਾਹਿਬ ਨੇ ਵੀ ਜਨਮ ਕੱਤੇ ਦੇ ਮਹੀਨੇ 'ਚ ਲਿਆ, ਤੇ ਕਹਿੰਦੇ ਆ ਕਿ ਇਸ ਕਰਕੇ ਵਿਸਾਖ ਤੋਂ ਬਦਲ ਕੇ ਉਹ ਮਹੀਨਾ ਕੱਤਕ ਦੀ ਪੂਰਨਮਾਸ਼ੀ ਬਣਾ ਦਿੱਤਾ ਗਿਆ। ਅੱਛਾ, ਕੱਤਕ ਨੂੰ ਜਿਹੜਾ ਹੈਗਾ ਉਹ ਅਪਣਾ ਲਿਆ ਗਿਆ, ਮਤਲਬ ਅਪਸ਼ਗਨ ਕੱਤੇ ਦੇ ਵਿੱਚ ਬੱਚਾ ਜਿਹੜਾ ਜਨਮਦਾ ਉਹਨੂੰ ਅਪਸ਼ਗਨ ਮੰਨਿਆ ਜਾਂਦਾ, ਇਹ ਠੀਕ ਨਹੀਂ। ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਵਹਿਮ ਕੱਢਣ ਵਾਸਤੇ ਕਿ ਕੱਤਕ, ਚਲੋ ਖੈਰ ਇਹ ਇੱਕ ਚੰਗੀ ਵੀ ਚੀਜ਼ ਕਹਿ ਸਕਦੇ ਹਾਂ ਹੈ ਤਾਂ ਸਮਾਜ ਦੇ ਵਿੱਚ। ਤਾਂ ਬਾਕੀ ਵਿਪਰਵਾਦ ਕਿਸ ਕਦਰ ਭਾਰੂ ਸੀਗਾ ਉਸ ਵੇਲੇ। ਡਾਕਟਰ ਸਾਹਿਬ ਤੁਸੀਂ ਹਵਾਲਿਆਂ ਦੇ ਨਾਲ ਥੋੜਾ ਜਿਹਾ ਚਾਨਣ ਪਾਓ ਇਹਦੇ ਤੇ ਕਿ ਕਿਸ ਤਰ੍ਹਾਂ ਉਹਨਾਂ ਨੇ ਵਿਪਰਵਾਦ ਦਾ, ਕਿਉਂਕਿ ਆਪਾਂ ਹੁਣ ਜੇ ਨਾ ਲਵਾਂਗੇ ਤਾਂ ਇਹ ਬਵਾਲ ਉੱਠੂਗਾ ਕਿ ਕਿਸੇ ਖਾਸ ਸਮੁਦਾਇ ਨੂੰ ਟਾਰਗੇਟ ਕੀਤਾ ਜਾ ਰਿਹਾ। ਨਹੀਂ, ਅਸੀਂ ਬਾਬਾ ਨਾਨਕ ਜੋ ਕਹਿੰਦੇ ਆ ਅਸੀਂ ਉਹਨਾਂ ਤੇ ਹੀ ਬਿਲਕੁਲ ਤੁਹਾਡੇ ਸਾਹਮਣੇ ਗੱਲ ਕਰ ਰਹੇ ਹਾਂ। ਕਿਉਂਕਿ ਗੁਰੂ ਨਾਨਕ ਨੇ ਜਿਹੜੇ ਵੀ ਕੰਮ ਕੀਤੇ ਉਹ ਬੜੇ ਬਾਦਲੀ ਢੰਗ ਦੇ ਨਾਲ ਕੀਤੇ। ਜਿਵੇਂ ਉਹ ਹਰਿਦੁਆਰ ਗਏ, ਉੱਥੇ ਉਹਨਾਂ ਨੇ ਪ੍ਰੈਕਟੀਕਲ ਕੀਤਾ ਕਿ ਜਿਹੜੇ ਲੋਕ ਸੀ ਉਹ ਸੂਰਜ ਨੂੰ ਪਾਣੀ ਪਹੁੰਚਾ ਰਹੇ ਸੀ ਤੇ ਗੁਰੂ ਸਾਹਿਬ ਦੂਜੇ ਪਾਸੇ ਪਾਣੀ ਪਾਉਣ ਲੱਗ ਗਏ। ਉਹਨਾਂ ਨੇ ਪੁੱਛਿਆ ਕਿ ਇੱਦਾਂ ਤੁਹਾਡਾ ਪਾਣੀ ਇਹ ਤੁਸੀਂ ਕੀ ਕਰ ਰਹੇ ਹੋ, ਪੁੱਠੇ ਪਾਸੇ, ਸੂਰਜ ਤਾਂ ਇੱਧਰ ਹੈ। ਤਾਂ ਉਹ ਕਹਿੰਦੇ ਕਿ ਤੁਹਾਡਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਤਾਂ ਕਹਿੰਦੇ ਕਿ ਖੇਤਾਂ ਨੂੰ ਪਾਣੀ ਕਿਵੇਂ ਪਹੁੰਚ ਜੂ, ਤਾਂ ਇੰਨੀ ਦੂਰ ਨੇ। ਉਹ ਕਹਿੰਦੇ ਕਿ ਜਿੱਦਾਂ ਤੁਹਾਡਾ ਪਾਣੀ ਤੁਹਾਡੇ ਸੂਰਜ ਦੇਵਤਾ ਤੱਕ ਪਹੁੰਚ ਜਾਊ, ਉਸੇ ਤਰ੍ਹਾਂ ਮੇਰਾ ਪਾਣੀ ਵੀ ਮੇਰੇ ਖੇਤਾਂ ਤੱਕ ਪਹੁੰਚ ਜਾਊ। ਤਾਂ ਇਸ ਤਰ੍ਹਾਂ ਉਹਨਾਂ ਨੇ ਬਾਦਲੀ ਢੰਗ ਦੇ ਨਾਲ ਹਰ ਇੱਕ ਗੱਲ ਦਾ ਖੰਡਨ ਕੀਤਾ ਜਿਹਨੂੰ ਕਿ ਕੋਈ ਵੀ ਨਕਾਰ ਨਹੀਂ ਸੀ ਸਕਦਾ। ਇਹ ਮਤਲਬ ਇਹ ਤੋਂ ਤਰਕਵਾਦਤਾ ਵੀ ਬਾਬੇ ਦੀ ਨਜ਼ਰ ਆਉਂਦੀ ਹੈ ਤੇ ਹੂਬਹੂ ਸਾਡੇ ਸਾਹਮਣੇ ਆਉਂਦੀ ਕਿ ਉਹ ਤਰਕਵਾਦੀ ਵੀ ਸੀ। ਤਰਕ ਨਾਲ ਮਤਲਬ ਜਿਹੜਾ ਉਹ ਹਰੇਕ ਜਿਹੜੇ ਹੁਣ ਲੋਕ ਕਹਿੰਦੇ ਨੇ ਨਾ ਅਸੀਂ ਤਰਕਸ਼ੀਲ,
ਤਾਂ ਮੇਰੇ ਹਿਸਾਬ ਨਾਲ ਗੁਰੂ ਨਾਨਕ ਤੋਂ ਵੱਡਾ ਤਰਕਸ਼ੀਲ ਕੋਈ ਨਹੀਂ ਹੋ ਸਕਦਾ। ਇਹ ਬਦਕਿਸਮਤੀ ਕੀ ਬਦਕਿਸਮਤੀ ਸਾਡੀ ਭਾਰਤ ਦੀ ਕਿ ਸਾਡੇ ਕੋਲੇ ਐਡੇ ਮਤਲਬ ਮਹਾਨ ਜਿਹੜੇ ਉਹ ਕ੍ਰਾਂਤੀਕਾਰੀ ਉਹ ਹੋਏ ਨੇ, ਸ਼ਖਸੀਅਤਾਂ ਹੋਈਆਂ ਨੇ। ਦੇਖੋ ਅੱਜ ਸਾਡੇ ਜਿਹੜੇ ਮਾਫ ਕਰਨਾ ਜਿਹੜੇ ਕਮਿਊਨਿਸਟ ਵੀਰ ਹੈਗੇ ਨੇ ਜੀ ਉਹ ਜ਼ਿਆਦਾਤਰ ਰਸ਼ੀਅਨ ਜਿਹੜੇ ਹੈਗੇ ਆ ਜਾਂ ਚਾਈਨੀ ਜਿਹੜੇ ਹੈਗੇ ਆ ਕ੍ਰਾਂਤੀਕਾਰੀ ਜੀ ਆਪਣੇ ਤਰਕਸ਼ੀਲ ਵੱਜਦੇ ਜੀ ਆ, ਜੀ ਜੀ ਕਮਿਊਨਿਸਟ ਲਹਿਰ ਵੱਜਦੀ, ਜੀ ਉਹਨਾਂ ਦੇ ਵੱਡੇ ਵੱਡੇ ਵਿਦਵਾਨਾਂ ਨੂੰ ਸਾਹਮਣੇ ਰੱਖ ਕੇ ਘੋਖਦੇ ਪੜਤਾਲੇ ਤੇ ਉਹਨਾਂ ਦਾ ਨਾਮ ਲੈਂਦੇ। ਜੀ ਤਾਂ ਮੇਰੇ ਹਿਸਾਬ ਨਾਲ ਜਿੰਨੀ ਕੁ ਕ੍ਰਾਂਤੀਕਾਰੀ ਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਸਾਰੇ ਗੁਰੂ ਸਾਹਿਬਾਨ ਨੇ ਦਿੱਤੀ ਹੈ, ਜੀ ਉਹਨਾਂ ਤੋਂ ਵੱਡਾ ਕੋਈ ਕ੍ਰਾਂਤੀਕਾਰੀ ਨਹੀਂ। ਬਿਲਕੁਲ। ਤਾਂ ਉਹਨਾਂ ਨੇ ਜਿਹੜੇ ਇਹਨਾਂ ਦੇ ਅਖੌਤੀ ਕ੍ਰਾਂਤੀਕਾਰੀ ਜਾਂ ਅਖੌਤੀ ਤਰਕਸ਼ੀਲ ਹੈਗੇ ਨੇ, ਚਾਹੇ ਰੂਸ ਦੇ ਹੋਣ ਤੇ ਚਾਹੇ ਚੀਨ ਦੇ ਹੋਣ, ਉਹਨਾਂ ਸਾਰਿਆਂ ਨੇ ਸਿਰਫ ਤੇ ਸਿਰਫ ਮਾਇਆ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ। ਜੀ ਜੀ ਪਦਾਰਥਵਾਦ ਨੂੰ ਮੂਹਰੇ ਰੱਖਿਆ, ਜਦੋਂ ਕਿ ਸਾਡੇ ਗੁਰੂ ਸਾਹਿਬ ਨੇ ਸਿਰਫ ਪਦਾਰਥਵਾਦ ਨੂੰ ਮੂਹਰੇ ਨਹੀਂ ਰੱਖਿਆ, ਉਹਨਾਂ ਨੇ ਪੂਰੇ ਜੀਵਨ ਦੀ ਜਾਂਚ ਦੱਸੀ ਆ ਕਿ ਕ੍ਰਾਂਤੀਕਾਰੀ ਢੰਗ ਦੇ ਨਾਲ ਅਸੀਂ ਕਿਵੇਂ ਜੀ ਸਕਦੇ। ਬਿਲਕੁਲ ਬਿਲਕੁਲ। ਮਤਲਬ ਮਟੀਰੀਅਲਿਜ਼ਮ ਨਾਲ ਇੱਥੇ ਕਮਿਊਨਿਸਟ ਦੇ ਵਿੱਚ ਕਮਿਊਨਿਜ਼ਮ ਦੇ ਵਿੱਚ ਮਟੀਰੀਅਲਿਜ਼ਮ ਦਾ ਬੋਲਬਾਲਾ ਬਹੁਤ ਜ਼ਿਆਦਾ ਹੈਗਾ ਹੈ ਨਾ। ਉਹ ਪਦਾਰਥਵਾਦ ਨੂੰ ਭੌਤਿਕਵਾਦ ਨੂੰ ਮੂਹਰੇ ਰੱਖਦੇ ਨੇ। ਬਿਲਕੁਲ। ਲੇਕਿਨ ਉਸ ਤੋਂ ਵੀ ਮਹਾਨ ਕਿਤੇ ਗ੍ਰੇਟੈਸਟ ਜਿਹੜੀ ਵਿਚਾਰਧਾਰਾ ਹੈਗੀ ਆ, ਸਿਧਾਂਤ ਜਿਹੜੇ ਹੈਗੇ ਬਾਬੇ ਨਾਨਕ ਦੇ। ਲੇਕਿਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਟੀਰੀਅਲਿਜ਼ਮ ਨੂੰ ਨਾ ਤਾਂ ਮਨਫੀ ਕੀਤਾ, ਬਿਲਕੁਲ ਉਹਨਾਂ ਦਾ ਮੰਨਣਾ ਸੀ ਕਿ ਮਨਫੀ ਕਰਕੇ ਵੀ ਜੀਵਨ ਬਸਰ ਨਹੀਂ ਹੋ ਸਕਦਾ, ਲੇਕਿਨ ਲੋੜ ਤੋਂ ਵੱਧ ਅੱਜ ਆਪਾਂ ਦੇਖ ਹੀ ਰਹੇ ਹਾਂ ਕਿੰਨੀਆਂ ਸਾਰੀਆਂ ਉਦਾਹਰਨਾਂ ਹੈਗੀਆਂ ਨੇ। ਲੋੜ ਤੋਂ ਵੱਧ ਰਾਮ ਰਹੀਮ ਵਰਗਿਆਂ ਨੂੰ ਲੋੜ ਤੋਂ ਵੱਧ ਜਿਹੜੀਆਂ ਉਹਨਾਂ ਨੇ ਜੇ ਉਹਨਾਂ ਨੇ ਵੇਖੋ ਜੀ ਸਾਡੇ ਸਾਹਮਣੇ ਉਦਾਹਰਨਾਂ ਨੇ। ਆਸਾਰਾਮ ਹੋਇਆ, ਹੋਰ ਸਾਨੂੰ ਕੋਈ ਇਹਦੇ ਵਿੱਚ ਗਰੇਜ਼ ਨਹੀਂ ਕਰਨਾ ਚਾਹੀਦਾ ਨਾਮ, ਕਿਉਂਕਿ ਉਹ ਬੈਠੇ ਨੇ ਅਪਰਾਧੀ ਵਜੋਂ ਜੇਲ੍ਹ ਭੁਗਤ ਰਹੇ ਨੇ, ਇਸ ਕਰਕੇ ਉਹਨਾਂ ਦਾ ਨਾਂ ਲੈ ਰਹੇ। ਉਨੀ ਦੇਰ ਅਸੀਂ ਨਹੀਂ ਸੀ ਕਹਿ ਸਕਦੇ ਜਿੰਨੀ ਦੇਰ ਉਹਨਾਂ ਨੂੰ ਅਦਾਲਤ ਵੱਲੋਂ ਦੋਸ਼ ਸਿੱਧ ਨਹੀਂ ਸੀ ਕੀਤੇ ਗਏ। ਹੁਣ ਉਹ ਦੋਸ਼ੀ ਹੈ ਔਰ ਬਕਾਇਦਾ ਸਜ਼ਾ ਯਾਫਤਾ ਨੇ, ਸੋ ਨਾਂ ਲੈਣ ਦੇ ਵਿੱਚ ਕੋਈ ਹਰਜ ਨਹੀਂ। ਰਾਮ ਰਹੀਮ ਕੋਲੇ ਬਾਹੂਬਲ ਵੀ ਸੀ, ਸੱਤਾ ਬਲ ਤਾਂ ਆਪਾਂ ਕਹਿ ਸਕਦੇ ਕਿ ਜਦੋਂ ਹਰ ਰਾਜਨੀਤਿਕ ਪਾਰਟੀ ਉਹਦੇ ਕਰਮਾਂ 'ਚ ਜਾ ਕੇ ਬੈਠੀ ਸੀ, ਔਰ ਧਨ ਬਲ ਵੀ ਸੀ, ਸਾਰੇ ਬਲ ਉਹਦੇ ਕੋਲੇ ਸੀਗੇ। ਪਰ ਸਾਰੇ ਬਲ ਹੋਣ ਦੇ ਬਾਵਜੂਦ ਵੀ ਉਹਦੇ ਜਿਹੜੇ ਕਰਮ ਸੀਗੇ ਇੰਨੇ ਖੋਟੇ ਸੀਗੇ, ਇੰਨੇ ਕੁ ਘਟੀਆ ਸੀਗੇ, ਦਕਿਆਨੂਸੀ ਸੀਗੇ ਕਿ ਉਹਨਾਂ ਨੇ ਉਹਨੂੰ ਅਪਰਾਧੀ ਵਜੋਂ ਅੱਜ ਉੱਥੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਹਨੂੰ ਜਾਣਾ ਪਿਆ। ਹੋਰ ਵੀ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੇ ਬਾਰੇ ਗੁਰਬਾਣੀ ਕਹਿੰਦੀ ਆ ਹਰ ਕੇ ਸੰਤ ਨਾਚੇ ਬਨਾਰਸ ਕੇ ਠੱਗ, ਕਬੀਰ ਜੀ ਦਾ ਕਹਿਣਾ। ਤਾਂ ਉਹ ਸਾਰੇ ਬਨਾਰਸ ਦੇ ਠੱਗ ਜਿਹੜੇ ਜੇਲ੍ਹਾਂ ਦੇ ਵਿੱਚ ਹੈ, ਕੁਝ ਦੀ ਵਾਰੀ ਹੈ ਔਰ ਸਮੇਂ ਨਾਲ ਸਭ ਫੜੇ ਜਾਣਗੇ ਵਾਲੀ ਗੱਲ। ਸੋ ਉੱਥੇ ਮਟੀਰੀਅਲਿਜ਼ਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੀ। ਬਿਲਕੁਲ ਜਿੰਨੀ ਦੇਰ ਤਾਂ ਲੋੜ ਮੁਤਾਬਕ ਉੱਥੇ ਰਿਹਾ ਸਾਰਾ ਕੰਮ ਤਾਂ ਠੀਕ ਠਾਕ ਚੱਲਦਾ ਰਿਹਾ। ਜਦੋਂ ਲੋੜ ਤੋਂ ਵੱਧ ਲਾਲਸਾ ਵੱਧ ਗਈ, ਜਿਹੜੀਆਂ ਲਾਲਸਾਵਾਂ ਹੁੰਦੀਆਂ ਨੇ ਇਹ ਬਹੁਤ ਖਤਰਨਾਕ ਹੁੰਦੀਆਂ ਨੇ। ਲਾਲਸਾਵਾਂ ਦਾ ਦਾਇਰਾ ਇੰਨਾ ਵਿਸ਼ਾਲ ਹੋ ਗਿਆ ਕਿ ਉਹਨੂੰ ਸਰੀਰਕ ਤੌਰ ਤੇ ਔਰ ਮਾਨਸਿਕ ਤੌਰ ਤੇ ਇੰਨੀ ਪ੍ਰਤਾੜਨਾ ਦਿੱਤੀ ਉਹਦੇ ਆਪਣੇ ਹੀ ਕੁਕਰਮਾਂ ਨੇ ਕਿ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ। ਹੁਣ ਸਾਰੀ ਉਮਰ ਜੇਲ੍ਹ ਦੇ ਵਿੱਚ ਸੜਨਾ ਗਲਣਾ, ਔਰ ਕਿੱਥੇ ਜਿਹੜਾ ਲਿਮਟ ਦੇ ਵਿੱਚ ਰਹਿ ਕੇ। ਹੁਣ ਤੁਹਾਨੂੰ ਗੁਰਬਾਣੀ ਦੀ ਸਮਝ ਆਉਂਦੀ ਹੋਏਗੀ ਵੀ ਕਿਉਂ ਉਹ ਹਰ ਸੰਜਮ ਤੇ ਜ਼ੋਰ ਦਿੰਦੀ ਹੈ ਗੁਰਬਾਣੀ। ਕਿਉਂ ਕਹਿੰਦੀ ਹੈ ਵੀ ਜੀਵਨ ਦੇ ਵਿੱਚ ਸੰਜਮ ਹੋਣਾ ਜ਼ਰੂਰੀ ਹੈ, ਸੰਤੋਖ ਹੋਣਾ ਜ਼ਰੂਰੀ ਹੈ, ਸਬਰ ਹੋਣਾ ਜ਼ਰੂਰੀ ਆ, ਜਤ ਸਤ ਹੋਣਾ ਜ਼ਰੂਰੀ ਆ। ਇਸੇ ਕਰਕੇ ਉਹਨਾਂ ਨੇ ਵਿਪਰਵਾਦ ਦੇ ਖਿਲਾਫ ਆਵਾਜ਼ ਉਠਾਈ ਸੀ ਵੀ ਇਹ ਜ਼ਰੂਰੀ ਨੇ। ਜੇਕਰ ਤੁਸੀਂ ਵਧੀਆ ਸਮੂਦ ਜ਼ਿੰਦਗੀ ਜਿਉਣੀ ਆ ਤੇ ਫਿਰ ਜ਼ਰੂਰੀ ਆ। ਲਾਲਸਾਵਾਂ ਦੇ ਵਾਸੀ ਅੱਜ ਨੇਤਾ ਰਾਜਨੇਤਾ ਫਿਰ ਦੰਡ ਭੁਗਤ ਰਹੇ ਨੇ। ਇੱਕ ਗੱਲ ਹੋਰ ਵੀ ਪਰਮਵੀਰ ਇਹ ਵੀ ਦੇਖਣ ਵਾਲੀ ਹੈ ਕਿ ਉਹਨਾਂ ਨੇ ਸਾਨੂੰ ਭੋਜਨ ਵੀ ਜਿਹੜਾ ਨਾ ਉਹ ਬੜਾ ਉਸ ਤਰ੍ਹਾਂ ਦਾ ਖਾਣ ਵਾਸਤੇ ਕਿਹਾ ਹੈ ਜਿਹੜਾ ਤਾਮਸੀ ਰੁਚੀਆਂ ਨਾ ਵਧਾਵੇ, ਜਿਹੜਾ ਸਾਡੇ ਅੰਦਰ ਜਤ ਸਤ ਨੂੰ ਕਾਇਮ ਰੱਖੇ। ਜਿਸ ਤਰ੍ਹਾਂ ਦਾ ਅਸੀਂ ਖਾਵਾਂਗੇ ਉਸ ਤਰ੍ਹਾਂ ਦੇ ਉਹ ਕਹਿੰਦੇ ਸਾਡੇ ਵਿਚਾਰ ਹੋਣ। ਬਿਲਕੁਲ ਉਹ ਕਹਿੰਦੇ ਬਾਬਾ ਸੋ ਖਾਣਾ ਖੁਸ਼ੀ ਗੁਆਰ ਜਿਤ ਖਾਦੇ ਤਨ ਪੀੜੀਆਂ ਮਨ ਵਿੱਚ ਚਲੇ ਵਿਕਾਰ। ਇਹਨੂੰ ਥੋੜਾ ਡਿਟੇਲ ਨਾਲ ਤੇ ਮਾਸਾਹਾਰ ਦੇ ਬਾਰੇ ਚ ਬਹੁਤ ਸਾਰੇ ਲੋਕ ਅੱਜ ਵਿਚਾਰ ਕਰਦੇ ਆ ਕਿ ਮਾਸ ਨਹੀਂ ਖਾਣਾ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਤੇ ਉਹ ਮਾਸਾਹਾਰ ਤੇ ਸਾਕਾ ਬਾਰੀ ਕੀ ਕਹਿੰਦੇ ਆ, ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ। ਜਿਹੜਾ ਅੰਗ ਨੰਬਰ 1299 ਤੇ ਗੁਰੂ ਸਾਹਿਬ ਨੇ ਫਰਮਾਇਆ ਹੈਗਾ। ਤਾਂ ਇਹਦੇ ਵਿੱਚ ਹੁਣ ਜੱਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਈ, ਉਹਦੇ ਵਿੱਚ ਵੀ ਆਸਾ ਜੀ ਦੀ ਵਾਰ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ। ਲੇਕਿਨ ਅਜੇ ਵੀ ਲੋਕ ਜਿਹੜੇ ਹੈਗੇ ਆ ਉਹ
ਮਾਸਾਹਾਰੀ ਤੇ ਸ਼ਾਕਾਹਾਰੀ ਬਾਰੇ ਸਵਾਲ ਉਠਾਉਂਦੇ ਰਹਿੰਦੇ ਆ। ਇਹ ਵਿਵਾਦਿਤ ਵਿਸ਼ਾ ਬਣਾਈ ਬੈਠੇ ਵਿਵਾਦਿਤ ਵਿਸ਼ਾ ਬਣਾਈ ਬੈਠੇ। ਦਰਅਸਲ ਗੁਰੂ ਸਾਹਿਬ ਨੇ ਇਹਦੇ ਬਾਰੇ ਸਾਫ਼ ਕਰ ਦਿੱਤਾ ਸੀ ਕਿ ਹਰ ਇੱਕ ਚੀਜ਼ ਜਿਹੜੀ ਹੈ, ਜਿਹੜੀ ਵੀ ਅਸੀਂ ਖਾਂਦੇ ਆ, ਉਹ ਜੀ ਤੋਂ ਬਿਨਾਂ, ਮਤਲਬ ਜੀਵਾਂ ਤੋਂ ਬਿਨਾਂ ਪੈਦਾ ਹੀ ਨਹੀਂ ਹੋ ਸਕਦੀ ਤੇ ਜੀਵਾਂ ਤੋਂ ਬਿਨਾਂ ਚੱਲ ਹੀ ਨਹੀਂ ਸਕਦੀ। ਇਸ ਕਰਕੇ ਤੁਸੀਂ ਮਾਸ ਜਾਂ ਸ਼ਾਕਾਹਾਰੀ ਬਾਰੇ ਇਸ ਤਰ੍ਹਾਂ ਦੇ ਜਿਹੜੇ ਵਿਵਾਦ ਹੈ ਉਹ ਖੜੇ ਨਹੀਂ ਕਰਨੇ ਚਾਹੀਦੇ। ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਪੂਰੀ ਤਰ੍ਹਾਂ ਦੱਸ ਦਿੱਤਾ, ਲੇਕਿਨ ਅਸੀਂ ਅਜੇ ਵੀ ਅਣਜਾਣ ਬਣੇ ਹੋਏ, ਨਲਾਇਕ ਬਣੇ ਹੋਏ, ਉਹਨਾਂ ਦੀ ਸਿਰਫ ਬਾਣੀ ਦਾ ਰਟਨ ਕਰ ਰਹੇ ਹਾਂ। ਆਪਾਂ ਕਹਿੰਦੇ ਕਿ ਗੁਰੂ ਸਾਹਿਬ ਨੂੰ ਮੰਨਦੇ ਤਾਂ ਹੈਗੇ ਆ, ਪਰ ਗੁਰੂ ਸਾਹਿਬ ਦੀ ਨਹੀਂ ਮੰਨਦੇ। ਇਹੀ ਸਾਡੀ ਤਰਾਸਦੀ। ਜੀ। ਸੋ ਜਿਵੇਂ ਤੁਸੀਂ ਡਾਕਟਰ ਸਾਹਿਬ ਨੇ ਦੱਸਿਆ ਖਾਣ ਪਾਣ ਦੇ ਬਾਰੇ ਵੀ, ਵੇਖੋ ਨਾ ਤੁਸੀਂ ਕੋਈ ਇੱਕ ਜੀਵਨ ਦੀਆਂ ਜਿਹੜੀਆਂ ਬੇਸਿਕ ਲੋੜਾਂ ਜਾਂ ਜੀਵਨ ਜਿਉਣ ਦਾ ਜਿਹੜਾ ਢੰਗ ਆ, ਉਹਦਾ ਕੋਈ ਪੱਖ ਗੁਰੂ ਸਾਹਿਬ ਨੇ ਨਹੀਂ ਛੱਡਿਆ ਕਿ ਸਾਨੂੰ ਉਹਦੇ ਬਾਰੇ ਖੋਲ ਕੇ ਨਹੀਂ ਦੱਸਿਆ, ਔਰ ਉਹਨਾਂ ਨੇ ਪੱਸ ਨਹੀਂ ਕੱਢੀ, ਸਾਡਾ ਮਿਊਕਸ ਨਹੀਂ ਕੱਢਿਆ, ਸਾਡੇ ਦਿਮਾਗਾਂ ਦੇ ਵਿੱਚ ਜਿਹੜਾ ਵੜਿਆ ਹੋਇਆ ਖੁਰਚ ਕੇ ਕੱਢਣ ਦੀ ਕੋਸ਼ਿਸ਼ ਕੀਤੀ ਆ। ਹੁਣ ਇਹ ਤਾਂ ਸਾਡੇ ਤੇ ਡਿਪੈਂਡ ਆ ਕਿ ਅਸੀਂ ਉਹਨੂੰ ਅਪਣਾਉਣਾ ਜਾਂ ਨਹੀਂ ਅਪਣਾਉਣਾ। ਦੇਖੋ ਜਿੱਥੇ ਉਹ ਕਹਿੰਦੇ ਨੇ ਕਿ ਬਾਬਾ, ਜਿੱਥੇ ਉਹ ਖਾਣ ਦੀ ਗੱਲ ਕਰਦੇ ਨੇ, ਮੁੱਕਦੀ ਗੱਲ ਡਾਕਟਰ ਸਾਹਿਬ ਮੇਰੇ ਖਿਆਲ ਗੁਰੂ ਸਾਹਿਬ ਨੇ ਇਹ ਕਿਹਾ ਵੀ ਜਿਹੜਾ ਭਾਈ ਤੁਹਾਨੂੰ ਹਜ਼ਮ ਹੁੰਦਾ ਤੁਸੀਂ ਖਾ ਲਓ, ਜਿਹੜਾ ਤੁਹਾਡੇ ਫਿੱਟ ਬੈਠਦਾ ਖਾ ਲਓ, ਜਿਹੜਾ ਨਹੀਂ ਤਾਂ ਉਹ, ਇਹ ਤਾਂ ਵੈਸੇ ਵਾਧੂ ਦੇ ਇਹਨਾਂ ਨੇ ਵਿਵਾਦ ਖੜੇ ਕਰ ਲਏ। ਦੂਸਰੀ ਗੱਲ, ਉਹਨਾਂ ਨੇ ਪਹਿਨਣ ਤੇ ਵੀ, ਬਾਬਾ ਸੋ ਪਹਿਨਣ ਖੁਸ਼ੀ ਗੁਆਰ ਜਿੱਤ ਪਹਿਨੇ ਤਨ ਪੀੜੀਏ ਮਨ ਵਿੱਚ ਦੇ ਵਿਕਾਰ, ਵੀ ਇਹੋ ਜਿਹਾ ਤੁਸੀਂ ਪਹਿਰਾਵੇ ਤੋਂ ਪਰਹੇਜ਼ ਕਰ ਲਓ ਕਿ ਜਿਹਦੇ ਨਾਲ ਤੁਹਾਡੇ ਤਨ ਦੀ ਗੱਲ ਕੀਤੀ ਹੈ, ਸਮਾਜ ਦੀ ਗੱਲ ਉਹਨਾਂ ਨੇ ਕਿਤੇ ਨਹੀਂ ਕੀਤੀ ਵੀ ਸਮਾਜ ਉਹਨੂੰ ਪ੍ਰਵਾਨਿਤ ਕਰਦਾ ਜਾਂ ਨਹੀਂ ਕਰਦਾ, ਇਹ ਵੀ ਦੇਖਣ ਵਾਲੀ ਗੱਲ ਹੈ। ਜਿਵੇਂ ਅੱਜ ਕਹਿੰਦੇ ਆ ਜੀ ਕੁੜੀਆਂ ਦੇ ਕੱਪੜੇ ਛੋਟੇ ਹੁੰਦੇ ਆ, ਕੁੜੀਆਂ ਸਲਵਾਰਾਂ ਕਿਉਂ ਪਹਿਨਦੀਆਂ, ਸਲਵਾਰਾਂ ਪਜਾਮੀਆਂ ਪੀੜੀਆਂ ਕਿਉਂ ਪਹਿਨਦੀਆਂ, ਜੀਨਾਂ ਕਿਉਂ ਪਹਿਨਦੀਆਂ, ਸਕਰਟਾਂ ਕਿਉਂ ਪਹਿਨਦੀਆਂ, ਨਿਕਰਾਂ ਕਿਉਂ ਪਹਿਨਦੀਆਂ, ਤਾਂ ਉਹਨਾਂ ਨੇ ਤਾਂ ਕਿਤੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਬਿਲਕੁਲ ਇਹ ਤਾਂ ਕੁਝ ਮਤਲਬ ਡਲ ਦਿਮਾਗਾਂ ਨੇ, ਸ਼ਾਤਰ ਦਿਮਾਗਾਂ ਨੇ ਸੋਚ ਲਿਆ, ਕਰ ਲਿਆ ਕਿ ਵੀ ਆਹ ਪਹਿਰਾਵਾ ਜਿਹੜਾ ਸੀਗਾ ਔਰਤ ਦਾ, ਇਹ ਪਹਿਰਾਵਾ ਮਰਦ ਦਾ ਇਹ, ਜਦ ਕਿ ਵਿਕਸਿਤ ਕੰਟਰੀਆਂ ਦੇ ਵਿੱਚ ਪਹਿਰਾਵੇ ਦੇ ਵਿੱਚ, ਔਰਤ ਮਰਦ ਦੇ ਪਹਿਰਾਵੇ ਦੇ ਵਿੱਚ ਕੋਈ ਅੰਤਰ ਨਹੀਂ। ਇਹ ਬਣਾ ਦਿੱਤਾ ਹੈ ਕੁਝ ਸ਼ਾਤਰ ਦਿਮਾਗਾਂ ਵੱਲੋਂ, ਕਿਉਂਕਿ ਇੰਡੀਅਨ ਬਹੁਤ ਸ਼ਾਤਰ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿਉਂਕਿ ਬਹੁਤ ਸਾਲ ਉਹਨਾਂ ਨੇ, ਹਜ਼ਾਰਾਂ ਸਾਲ ਤਾਂ ਮਨੂ ਸਮ੍ਰਿਤੀ, ਮਨੂਵਾਦੀ ਜਿਹੜੀ ਵਿਚਾਰਧਾਰਾ ਹੈਗੀ ਉਹਦੇ ਥੱਲੇ ਵਿਚਰਦੇ ਰਹੇ, ਅੱਜ ਵੀ ਉਹ ਵਿਚਰ ਰਹੇ ਜੀ। ਸੋ ਉਹ ਮਤਲਬ ਕਿਤੇ ਨਾ ਕਿਤੇ ਗੁਲਾਮੀ ਦਾ ਅਹਿਸਾਸ ਕਰਾਉਂਦੀ ਹੈ। ਸੋ ਅਸੀਂ ਬਾਬੇ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਜਿਹੜਾ ਤੁਸੀਂ ਪਹਿਰਾਵਾ ਕਿੱਦਾਂ, ਉਹਨਾਂ ਨੇ ਕਿਹਾ ਵੀ ਅਜਿਹੇ ਪਹਿਰਾਵੇ ਨੂੰ ਭਾਈ ਤੁਸੀਂ ਅਵੋਇਡ ਕਰੋ ਵੀ ਜਿਹੜਾ ਤੁਹਾਡੇ ਤਨ ਨੂੰ ਤਕਲੀਫ ਦੇਵੇ, ਹੈ ਨਾ। ਉਹਦੇ ਵਿੱਚ ਉਹਦੀ ਕੁਆਲਿਟੀ ਦੀ ਜੇ ਗੱਲ ਕਰੀਏ ਤਾਂ ਵੀ ਅਸੀਂ ਜਿਵੇਂ ਹੁਣ ਜੇ ਗਰਮੀਆਂ ਦੇ ਵਿੱਚ ਅਸੀਂ ਸਿੰਥੈਟਿਕ ਕੱਪੜਾ ਪਾਵਾਂਗੇ, ਹੁਣ ਤਕਲੀਫ ਤਾਂ ਨਹੀਂ ਹੈ। ਸੋ ਇਸੇ ਤਰ੍ਹਾਂ ਉਹਨਾਂ ਨੇ ਖਾਣੇ ਦੇ ਬਾਰੇ ਵੀ ਕਿਹਾ। ਅੱਗੇ ਜਾਤ ਪਾਤ ਦਾ ਜਿਹੜਾ ਖੰਡਨ ਕਰਦੇ ਆ, ਹੁਣ ਸਬਜੈਕਟ ਵਾਈਜ਼ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਚੱਲੇ ਸਮਾਜ ਨੂੰ ਸੁਧਾਰਨ ਵਾਸਤੇ, ਹੈ ਨਾ, ਚੜਿਆ ਸੋਧਨ ਧਰਤ ਲੁਕਾਈ, ਤੋਂ ਫਿਰ ਕਿਵੇਂ ਸੋਧੀ ਉਹ ਜਾਤ ਪਾਤ ਦਾ ਜਿਹੜਾ ਉਹਨਾਂ ਨੇ ਖੰਡਨ ਕੀਤਾ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 15 ਦੇ ਉੱਪਰ ਪੜ੍ਹੋ, ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਮੂੰਹਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਏ ਤਿੱਥੇ ਨਦਰ ਤੇਰੀ ਬਖਸ਼ੀਸ। ਦੇਖੋ ਕਿੰਨੀ ਵੱਡੀ ਗੱਲ ਕਹਿ ਦਿੱਤੀ। ਪਰ ਸਾਡੇ ਅੱਜ ਦੇ ਜਿਹੜੇ ਹੰਕਾਰੀ ਲੋਕ ਨੇ, ਉਹ ਅਜੇ ਵੀ ਆਪਣੀਆਂ ਜਾਤਾਂ ਦੇ ਗਰੂਰ ਦੇ ਵਿੱਚ, ਹੰਕਾਰ ਦੇ ਵਿੱਚ ਇੰਨੇ ਕੁ ਲਿਪਟੇ ਹੋਏ ਆ ਕਿ ਉਹ ਆਪਣੇ ਜਿਹੜੇ ਦੂਜੇ ਭਾਈ ਆ ਉਹਨਾਂ ਨੂੰ ਭਰਾ ਹੀ ਨਹੀਂ ਮੰਨਦੇ, ਉਹਨਾਂ ਨੂੰ ਮਨੁੱਖ ਹੀ ਨਹੀਂ ਮੰਨਦੇ, ਤੇ ਉਹਨਾਂ ਦੇ ਨਾਲ ਕਿੰਨੀਆਂ ਉਹਨਾਂ ਨੇ ਗਲਤ ਹਰਕਤਾਂ ਕੀਤੀਆਂ ਨੇ। ਨਾ ਉਹਨਾਂ ਨੇ ਜਿਹੜੀ ਔਰਤ ਜਾਤ ਹੈ ਉਹਨੂੰ ਬਰਾਬਰ ਦਾ ਹੱਕ ਦਿੱਤਾ, ਨਾ ਉਹਨਾਂ ਨੇ ਉਹਨਾਂ ਜਿਹੜੇ ਜਿਹਨਾਂ ਨੂੰ ਨੀਚ ਦੱਸਦੇ ਆ ਉਹਨਾਂ ਨੂੰ ਬਰਾਬਰ ਦਾ ਹੱਕ ਦਿੱਤਾ। ਲੇਕਿਨ ਗੁਰੂ ਨਾਨਕ ਦੀ ਨਜ਼ਰ ਦੇ ਵਿੱਚ ਜਾਂ ਸਾਡੇ ਬਾਕੀ ਗੁਰੂ ਸਾਹਿਬਾਨ ਦੀ ਨਜ਼ਰ ਦੇ ਵਿੱਚ ਕੋਈ ਵੀ ਮਨੁੱਖ ਉੱਚਾ ਜਾਂ ਨੀਵਾਂ ਨਹੀਂ ਹੈ। ਬਿਲਕੁਲ ਬਰਾਬਰ ਹੈ ਸਾਰੇ। ਇਸੇ ਕਰਕੇ ਸਭੇ ਸਾਂਝੀ ਵਾਲਸ ਦਾ ਕੋਈ ਨਾ ਦਿਸੇ ਪਰਚਿਓ ਵਾਲਾ तो एक के हम बात करना ना कोई हिंदू ना कोई मुसलमान। सो इस करके बहुत सारिया बुराइयां हुण असी अज दे दिन, खास कर अज दे दिन असी पूरा वर्ल्ड देखो, चाहे वो किसी खास समुदाय दी गल नहीं आपां करदे, पूरा जिहड़ा वर्ल्ड है, चाहे हिंदू है, मुसलमान है, सिख है, ईसाई है, हर कोई अज बाबे नूं याद कर लिया। गुरु नानक साहब दा जन्म दिन जिहड़ा मना रहे ने, और गुरुद्वारियां दे विच भी हर जगह। पर हुण मंदिरां सानूं अपने अंदर झाती मारनी पएगी, जिहदे बारे भगत कबीर जी कहंदे आ, अपने सॉरी बाबा फरीद जी कहंदे ने कि अपनड़े गरीबान में सिर नीवा कर देख। हुण गरीबान तो भाव
ਅਸੀਂ ਐ ਨਾ ਲਾ ਲਈਏ ਵੀ ਇਹ ਗਰੇਬਾਨ ਪਾਇਆ ਹੋਇਆ, ਗਰੇਬਾਨ ਦਾ ਮਤਲਬ ਜਿਹੜਾ ਗਲੇ ਦੇ ਵਿੱਚ ਪਹਿਨਿਆ ਹੋਇਆ ਕੱਪੜਾ ਤੇ ਵੀ ਉਹਦੇ ਵਿੱਚ ਨੀਵਾਂ ਕਰਕੇ ਦੇਖਣਾ, ਉਹਨੇ ਨਹੀਂ ਕਿਹਾ, ਉਹਦੇ ਬਾਰੇ ਨਹੀਂ ਉਹਨਾਂ ਨੇ ਕਿਹਾ। ਗਰੇਬਾਨ ਕਿਹਾ ਵੀ ਸਾਡੇ ਜਿਹੜੀ ਹੱਡ ਚਮ ਮਾਸ ਇਹ ਅੰਤਰਾਤਮਾ ਵੱਲ ਝਾਕਣਾ, ਹਾਂ, ਇਹਦੇ ਅੰਦਰ ਜਿਹੜੀ ਸਾਡੇ ਇੱਕ ਅੰਤਰਾਤਮਾ ਸੂਖਸ਼ਮ ਸਰੀਰ ਜਿਹੜਾ ਹੋਰ ਹੈਗਾ ਹੈ, ਜਿਹਦੇ ਵਿੱਚ ਉਹ ਕਹਿੰਦੇ ਕਿ ਨਵਦਰ ਠਾਕੇ ਧਾਵਤ ਰਾਏ 10ਵੇਂ ਨਿਜ ਕਰਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ, ਜਿਹਨੂੰ ਗਲੈਡ ਪੀਨਲ ਕਹਿ ਦਿੰਦੇ ਨੇ ਵਿਗਿਆਨ ਦੇ ਵਿੱਚ, ਥਰਡ ਆਈ ਸਿੰਗਲ ਆਈ ਵੀ ਬੋਲਿਆ ਜਾਂਦਾ। ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਵੀ ਕਿਤੇ ਭਾਈ 9 ਦਰਵਾਜ਼ੇ ਲੰਘ ਕੇ ਤੇ ਕਿ 10ਵੇਂ ਦੇ ਵਿੱਚ ਬੈਸ ਕੇ ਵੀ ਦੇਖ ਲੈ ਕਿ ਵੀ ਉੱਥੇ ਵੀ ਥੋੜਾ ਆਪਣੇ ਆਪ ਨੂੰ ਸੰਵਾਦ ਰਚਾ ਕੇ ਦੇਖ ਲੈ, ਕਦੇ ਆਪਣੇ ਆਪ ਨਾਲ ਬਿਲਕੁਲ 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 ਉੱਥੇ ਅਣਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ, ਵੀ ਗੁਰੂ ਦੀ ਮੱਤ ਲੈ ਕੇ ਸੁਣ ਲੈ, ਭਲਾ ਹੋ ਜਾਏਗਾ। ਇਹ ਵੈਸੇ ਵੀ ਡਾਕਟਰ ਸਾਹਿਬ ਜੇ ਆਪਾਂ ਵਿਗਿਆਨਿਕ ਤੌਰ ਤੇ ਵੀ ਦੇਖੀਏ ਤਾਂ ਜਿਹੜੇ ਬਾਬਾ ਗੁਰੂ ਨਾਨਕ ਸਾਹਿਬ ਗੱਲ ਕਹਿ ਰਹੇ ਨੇ ਕਿ ਤੁਹਾਨੂੰ ਆਪਣੇ ਸੂਖਸ਼ਮ ਸਰੀਰ ਦੇ ਨਾਲ ਵੀ ਵਿਚਰਨਾ ਚਾਹੀਦਾ। ਔਰ ਸਾਰੀਆਂ ਅੱਜ ਵੇਖੋ ਹੈਰਾਨੀ ਵਾਲੀ ਗੱਲ ਇਹ ਹੈ ਡਾਕਟਰ ਸਾਹਿਬ ਕਿ ਇੱਕ ਸਮਾਂ ਉਹ ਸੀਗਾ ਕਿ ਸਾਨੂੰ ਜਦੋਂ ਵਿਪਰਵਾਦ ਦੇ ਚੱਲਦਿਆਂ ਮਤਾਂ ਮਤੰਤਰਾਂ ਦੇ ਚੱਲਦਿਆਂ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ ਤੇ ਫਿਰ ਉਹ ਸਾਨੂੰ ਜਿਹੜਾ ਗੱਲ ਕਰਦੇ ਨੇ ਅੰਜਨ ਮਹਿ ਨਰੰਜਨ ਰਹੀਏ ਜੋਗ ਜਗਤ ਪਾਈਏ, ਜੋਗੀਆਂ ਨੂੰ ਕਹਿੰਦੇ ਨੇ ਹਨਾ ਸਿੱਧ ਗੋਸ਼ਟ ਦੇ ਵਿੱਚ, ਤਾਂ ਗੱਲੀ ਜੋਗ ਨਾ ਹੋਈ ਜੋਗੀ ਕਹੀਏ ਸੋਈ। ਤਾਂ ਉਹ ਇਹ ਕਹਿੰਦੇ ਵੀ ਗੱਲਾਂ ਦੇ ਨਾਲ ਜੋਗ ਨਹੀਂ ਮਿਲਦਾ, ਜੋਗੀ ਉਹੀ ਹੈ ਕਿ ਅੰਜਨ ਮਹਿ ਨਰੰਜਨ, ਘਰ ਦੇ ਵਿੱਚ ਹੀ ਰਹਿੰਦੇ ਆ, ਮਤਲਬ ਜਿਹੜਾ ਹੈਗਾ ਕਾਲਖ ਦੇ ਵਿੱਚ ਰਹਿੰਦੇ ਆ, ਵੀ ਕਾਲਖ ਤੋਂ ਨਿਰਲੇਪ ਰਹਿੰਦਾ ਬਿਲਕੁਲ। ਜੈਸੇ ਜਲ ਮੇ ਕਮਲ ਨਿਰਾਲਾ ਮੁਰਗਾਈ ਨੇ ਸਾਨੇ ਸੁਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਖਾਣੇ। ਬਿਲਕੁਲ। ਸੋ ਵੇਖੋ ਉਹਨਾਂ ਨੇ ਸਾਨੂੰ ਅੰਦਰ ਵਾੜਿਆ, ਠੀਕ ਹੈ ਜੀ, ਅੰਦਰ ਮਤਲਬ ਸਾਡੇ ਗਰੇਬਾਨ ਦੇ ਵਿੱਚ ਤੈਅ ਕਰਨ ਵੱਲ ਝਾਤੀ ਵਾੜਨ ਦੀ ਉਹਨਾਂ ਨੇ ਕੀਤੀ ਕਿ ਸਾਨੂੰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਜੇ ਬਾਬਾ ਫਰੀਦ ਦੀ ਗੱਲ ਕਰੀਏ, ਫਰੀਦਾ ਆਪਣੇ ਗਰੇਬਾਨ ਮੇ ਸਿਰ ਨੀਵਾਂ ਕਰਦੇ ਇੱਕ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਫਿਰ ਇੱਕ ਸਮਾਂ ਆਇਆ ਕਿ ਫਿਰ ਵਿਪਰਵਾਦ ਨੇ ਸਾਨੂੰ ਅੰਦਰ ਤੋਂ ਬਾਹਰ ਕੱਢ ਦਿੱਤਾ ਕਿ ਬਾਹਰ ਕਰਮ ਕਾਂਡ ਕਰੋ ਭਾਈ, ਉੱਥੇ ਜਾ ਕੇ ਮੰਦਰਾਂ ਦੇ ਵਿੱਚ ਮੱਥੇ ਟੇਕੋ, ਘੰਟੀਆਂ ਖੜਕਾਓ, ਜਦ ਕਿ ਅੰਦਰਲੀ ਘੰਟੀ ਖੜਕਾਉਣ ਦੀ ਗੱਲ ਉਹ ਕਰਦੇ ਨੇ। ਬਾਹਰ ਤੋਂ ਸਾਨੂੰ ਅੰਦਰ ਤੋਂ ਸਾਨੂੰ ਬਾਹਰ ਵੱਲ ਮੋੜਿਆ। ਹੁਣ ਫੇਰ ਡਾਕਟਰ ਸਾਹਿਬ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਫੇਰ ਜਿਹੜਾ ਵਿਗਿਆਨ ਆ, ਜਿਹੜਾ ਮੈਡੀਕਲ ਸਾਇੰਸ ਆ, ਉਹ ਕਹਿੰਦੀ ਹੈ। ਡਾਕਟਰ ਹਰਸ਼ਿੰਦਰ ਕੌਰ ਦੀ ਇੱਕ ਦਿਨ ਮੈਂ ਸੁਣ ਰਹੀ ਸੀਗੀ ਜਿਹੜੀ ਉਹ ਡਿਬੇਟ ਸੁਣ ਰਹੀ ਸੀ ਖਾਲਸ ਟੀਵੀ ਤੇ, ਤੋਂ ਦੱਸ ਰਹੇ ਸੀਗੇ ਵੀ ਸਾਨੂੰ ਕਿਤਾਬਾਂ ਦੇ ਵਿੱਚ ਅਸੀਂ ਪੜ੍ਹਾਉਂਦੇ ਆ ਸਟੂਡੈਂਟਸ ਨੂੰ ਮੈਡੀਕਲ ਦੇ ਨੂੰ ਕਿ ਜਿਹੜਾ ਮੈਡੀਟੇਸ਼ਨ ਕਰਨ ਬਾਰੇ ਉਹਨਾਂ ਨੂੰ ਕਹਿੰਦੇ ਆ, ਤੇ ਮੈਡੀਟੇਸ਼ਨ ਤੇ ਜ਼ੋਰ ਦਿੱਤਾ। ਉਹ ਕੀ ਚੀਜ਼ ਆ? ਉਹ ਫਿਰ ਅੰਦਰ ਵੜਨ ਦੀ ਗੱਲ ਹੀ ਤਾਂ ਹੈ। ਅੰਦਰ ਵੜਨ ਤੋਂ ਬਾਹਰ ਕੱਢਿਆ, ਬਾਹਰ ਤੋਂ ਫਿਰ ਹੁਣ ਸਾਇੰਸ ਮੈਡੀਕਲ ਜਿਹੜੀ ਆ, ਮੈਡੀਕਲ ਸਾਇੰਸ ਕਹਿੰਦੀ ਆ ਵੀ ਅੰਦਰ ਵੜੋ ਜੇਕਰ ਤੁਸੀਂ ਸਚਿਆਰ ਜੀਵਨ ਜਿਉਣਾ, ਜੇਕਰ ਤੁਸੀਂ ਜਿਹੜਾ ਵਿਕਾਰਾਂ ਤੋਂ ਬਚਣਾ, ਲੰਬੀ ਔਰ ਸੁਖਦ ਪੀੜਾ ਰਹਿਤ ਜੀਵਨ ਜਿਉਣਾ, ਕਹਿੰਦੇ ਅੰਦਰ ਵੜੋ। ਫਿਰ ਕਿਹੜੇ ਅੰਦਰ ਦੀ ਗੱਲ ਕਰਦੇ? ਉਹ ਜਿਹੜਾ 500 ਸਾਲ ਪਹਿਲਾਂ ਬਾਬਾ ਨਾਨਕ ਕਹਿ ਗਿਆ। ਸੋ ਅੰਤਹਿਕਰਨ ਨੂੰ ਸ਼ੁੱਧ ਕਰਨਾ, ਅੰਤਹਿਕਰਨ ਕਿਵੇਂ ਸ਼ੁੱਧ ਕਰੂਗਾ? ਉਹ ਕਹਿੰਦੇ ਮੈਡੀਟੇਸ਼ਨ ਕਰਕੇ, ਸੋ ਤੀਸਰੇ ਤਿਲ ਤੇ ਧਿਆਨ ਲਾ ਕੇ। ਸੋ ਇਹ ਤਾਂ ਬੜੀਆਂ ਗੱਲਾਂ ਅਧਿਆਤਮਵਾਦ ਦੀਆਂ। ਡਾਕਟਰ ਸਾਹਿਬ ਅੱਗੇ ਜਿਹੜਾ ਹੈਗਾ ਆਪਣਾ, ਇਹ ਤਾਂ ਜਾਤ ਪਾਤ ਦਾ ਵੀ ਖੰਡਨ ਕੀਤਾ, ਔਰਤ ਦੇ ਜਿਹੜੀ ਉਸ ਵੇਲੇ ਦੇ ਹਾਲਾਤ, ਬਾਬੇ ਨਾਨਕ ਦੀ ਇਸ ਸਾਨੂੰ ਟੁਕ ਤੋਂ ਪਤਾ ਚੱਲਦਾ ਜਦੋਂ ਉਹ ਕਹਿੰਦੇ ਕਿ ਪੰਨਾ ਅੰਗ ਨੰਬਰ 473 ਤੇ, ਜਦੋਂ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 473 ਤੇ ਕਿ ਸੋ ਕੇ ਮੰਦਾ ਖੇਜਤ ਜੰਮੇ ਰਾਜ਼ਾਨ। ਇਹਨੂੰ ਹੁਣ ਤੁਸੀਂ ਡਿਟੇਲ ਦੇ ਵਿੱਚ ਦੱਸਿਓ, ਜਿਹੜੀ ਹਾਲਤ ਕਿਹੋ ਸੀ ਔਰਤ ਦੀ? ਔਰਤ ਦੀ ਹਾਲਤ ਉਸ ਵੇਲੇ ਬਹੁਤ ਹੀ ਮੰਦੀ ਸੀ ਜੀ। ਉਹਨੂੰ ਇੱਕ ਨਹਿਸ਼ ਮੰਨਿਆ ਜਾਂਦਾ ਸੀਗਾ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਵੀ ਔਰਤ ਦੀ ਹਾਲਤ ਉਸੇ ਤਰ੍ਹਾਂ ਦੀ ਹੈ। ਤਾਂ ਉਹਨੂੰ ਬਰਾਬਰ ਦਾ ਮਨੁੱਖ ਹੋਣ ਦਾ ਦਰਜਾ ਨਹੀਂ ਸੀ ਦਿੱਤਾ ਜਾਂਦਾ, ਠੀਕ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਭੰਡ ਮੂਆ ਭੰਡ ਭਾਲੀਆ, ਭੰਡ ਹੋਵੇ ਬਦਾਨ, ਸੋ ਕੇ ਮੰਦਾ ਆਖੇ ਜੱਚਾ ਮੇਰਾ ਜਾਨ। ਕਿ ਜੇ ਔਰਤ ਮਰਦੀ ਹੈ ਤੇ ਔਰਤ ਹੀ ਅਸੀਂ ਦੁਬਾਰਾ ਭਾਲਦੇ ਹਾਂ, ਉਸੇ ਔਰਤ ਤੋਂ ਜਗਤ ਪੈਦਾ ਹੁੰਦਾ ਹੈ। ਉਸ ਔਰਤ ਨੂੰ ਮੰਦਾ ਕਿਉਂ ਕਿਹਾ ਜਾਵੇ ਜਿਹਦੀ ਕੁੱਖੋਂ ਰਾਜੇ ਤੱਕ ਜਨਮ ਲੈਂਦੇ। ਤਾਂ ਇਹ ਸਾਰੀਆਂ ਗੱਲਾਂ ਕਹਿਣ ਦੇ ਬਾਅਦ ਉਹਨਾਂ ਨੇ ਗੁਰੂ ਜਿਹੜੇ ਹੈ ਸਾਡੇ ਗੁਰੂ ਸਾਹਿਬ ਹੋਏ ਆ, ਉਹਨਾਂ ਨੇ ਔਰਤ ਦਾ ਰੁਤਬਾ ਬਿਲਕੁਲ ਉੱਤੇ ਚੁੱਕਿਆ ਔਰ ਸਨਮਾਨ ਦਿੱਤਾ। ਲੇਕਿਨ ਬੜੀ ਹੀ ਹੈਰਾਨੀ ਦੀ ਤੇ ਬੜੀ ਹੀ ਦੁੱਖ ਦੀ ਗੱਲ ਹੈ ਕਿ ਇਸ ਔਰਤ ਨੂੰ ਸਾਡੀ ਸਿੱਖ ਕੌਮ ਦੇ ਵਿੱਚ ਵੀ
ਅਜੇ ਤੱਕ ਦੂਜੈਲੇ ਦਰਜੇ ਦੀ ਸ਼ਹਿਰੀ ਬਣ ਕੇ ਹੀ ਚੱਲਣਾ ਪੈ ਰਿਹਾ ਹੈ, ਤਾਂ ਇਹਦੇ ਵਿੱਚ ਕਿਤੇ ਵੀ ਉਹਦੀ ਜਿਹੜੀ ਹਾਲਤ ਹੈ ਉਹ ਕਿਤੇ ਵੀ ਸੁਧਰਦੀ ਨਹੀਂ ਦਿਖਦੀ। ਭਾਵੇਂ ਉਹਨੂੰ ਵਿੱਦਿਆ ਦਾ ਵੀ ਹੁਣ ਗ੍ਰਹਿਣ ਕਰਨ ਦਾ ਮੌਕਾ ਮਿਲ ਗਿਆ ਹੈ, ਪਰ ਕਾਫੀ ਵੱਡੇ ਰੁਤਬਿਆਂ ਤੇ ਵੀ ਉਹ ਪਹੁੰਚ ਚੁੱਕੀ ਹੈ, ਲੇਕਿਨ ਅਜੇ ਵੀ ਉਹ ਉਸ ਤਰ੍ਹਾਂ ਬਰਾਬਰ ਦਾ ਦਰਜਾ ਪ੍ਰਾਪਤ ਨਹੀਂ ਕਰ ਸਕੀ ਜਿਸ ਤਰ੍ਹਾਂ ਦਾ ਕਿ ਉਹਨੂੰ ਮਿਲਣਾ ਚਾਹੀਦਾ। ਸੋ ਕਈ ਵਾਰੀ ਨਾ ਸਵਾਲ ਉੱਠਦੇ ਆ। ਇੱਕ ਸਿੰਘ ਸਾਹਿਬ ਕੋਈ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹਿ ਰਹੇ ਸੀ, ਕਿਸੇ ਡਿਬੇਟ ਚੱਲ ਰਹੀ ਸੀ ਕਿਸੇ ਚੈਨਲ ਤੇ, ਉਹਨਾਂ ਨੇ ਸਵਾਲ ਕੀਤਾ ਕਿ ਔਰਤ ਨੂੰ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਨ ਦੀ ਜਿਹੜੀ ਇਜਾਜ਼ਤ ਕਿਉਂ ਨਹੀਂ। ਉਹ ਕਹਿੰਦੇ ਭਾਈ ਸਾਹਿਬ ਕਹਿੰਦੇ ਕਿ ਔਰਤ ਜਦੋਂ ਅਨੰਦਪੁਰ 1699 ਨੂੰ ਵਿਸਾਖੀ ਵਾਲੇ ਦਿਨ ਜਦੋਂ ਅੰਮ੍ਰਿਤ ਪਾਨ ਕਰਵਾਇਆ ਗਿਆ, ਖਾਲਸਾ ਪੰਥ ਦਾ ਜਦੋਂ ਆਗਾਜ਼ ਹੁੰਦਾ ਹੈ, ਤੇ ਕੋਈ ਔਰਤਾਂ ਕਿਉਂ ਨਹੀਂ ਉੱਠੀਆਂ ਸੀ ਇਸ ਦੇਣ ਲਈ। ਉਹ ਭਾਈ ਮੈਂ ਉਸ ਵੀਰ ਨੂੰ ਬੇਨਤੀ ਕਰਨਾ ਚਾਹੁੰਦੀ ਨਿਮਰਤਾ ਸਹਿਤ ਕਿ ਥੋੜਾ ਜਿਹਾ ਜਿਹੜਾ ਇਹਦੇ ਤੇ ਵਿਚਾਰ ਕਰੋ, ਵਿਮਰਸ਼ ਕਰੋ, ਸੋਚੋ ਦਿਮਾਗ ਲਾ ਕੇ। ਜਦੋਂ ਤੁਸੀਂ ਉਹੀ ਗੱਲ ਹੈ ਕਿ ਤੁਸੀਂ ਸੋਚੋਗੇ ਨਾ, ਵਿਚਾਰ ਕਰੋਗੇ ਡੂੰਘੀ ਬਾਦਲੀਲ, ਤੇ ਫਿਰ ਪਤਾ ਚੱਲੂਗਾ ਕਿ ਯੋਗਦਾਨ ਕਿਉਂ ਨਹੀਂ ਉਸ ਵੇਲੇ ਮਾਤਾ ਸਾਹਿਬ ਦੇਵਾਂ ਤੋਂ ਕਹਿੰਦੇ ਪਤਾਸੇ ਪਵਾਏ ਗਏ। ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਆ। ਜੇ ਤੁਸੀਂ ਇਹ ਕਹਿੰਦੇ ਕਿ 1699 ਵਿਸਾਖੀ ਵਾਲੇ ਦਿਨ ਜਦੋਂ ਅੰਮ੍ਰਿਤ ਛਕਾਇਆ ਗਿਆ ਉਹਦਾ ਕੋਈ ਯੋਗਦਾਨ ਨਹੀਂ ਔਰਤ ਦਾ, ਇਸ ਤੋਂ ਵੱਡਾ ਹੋਰ ਯੋਗਦਾਨ ਕੀ ਹੋ ਸਕਦਾ। ਜਿਹੜਾ ਅੰਮ੍ਰਿਤ ਤਿਆਰ ਕੀਤਾ ਗਿਆ ਉਹਦੀ ਇਤਿਹਾਸ ਜਿਹੜੀ ਹੈ ਬਿਲਕੁਲ ਮਾਤਾ ਵੱਲੋਂ ਹੀ ਬਿਲਕੁਲ, ਕਿਉਂਕਿ ਉਹ ਇੱਕ ਦਰਸਾਨ ਸੀ ਗੁਰੂ ਸਾਹਿਬ ਦਾ ਕਿ ਔਰਤ ਜਿਹੜੀ ਹੈਗੀ ਆ ਬੜੀ ਕੋਮਲ ਹਿਰਦਾ, ਬੜੀ ਭਾਵਨਾ ਵਾਲੀ, ਔਰ ਬੜੀ ਇੱਕ ਜਿਹੜਾ ਇਹਦੇ ਹਿਰਦੇ ਦੇ ਵਿੱਚ ਇੱਕ ਬੜੀ ਮਿਠਾਸ ਹੁੰਦੀ ਆ, ਨਿਮਰਤਾ ਹੁੰਦੀ ਆ, ਔਰ ਇਹ ਜਿਹੜੀ ਇਹਦੀ ਮਮਤਾ ਹੁੰਦੀ ਆ। ਉਹ ਸਾਰੀਆਂ ਚੀਜ਼ਾਂ ਉਹਨੂੰ ਮੁੱਖ ਕਿਉਂ ਰੱਖਿਆ, ਉਹਨਾਂ ਤੋਂ ਕਿਉਂ ਪਤਾਸੇ ਪਵਾਏ ਗਏ ਕਿ ਪਾਓ, ਕਿਉਂਕਿ ਵੀ ਪਾ ਸਕਦੇ ਸੀ, ਆਪ ਵੀ ਪਾ ਸਕਦੇ ਸੀ। ਸੋ ਇਸ ਕਰਕੇ ਇਹ ਬਿਨਾਂ ਦਲੀਲ ਤੋਂ ਗੱਲ ਤੁਸੀਂ ਕਰ ਰਹੇ ਹੋ ਕਿ ਉਹ ਕੋਈ ਅੱਗੇ ਨਹੀਂ ਹੋਈ ਔਰਤ। ਦੂਸਰੀ ਗੱਲ ਇਹ ਹੈਗੀ ਹੈ ਕਿ ਇਹ ਜਦੋਂ ਕਹਿੰਦੇ ਨਾ ਵੀ ਜਿਹੜੀ ਗੱਲ ਸਮਾਜ ਦੇ ਵਿੱਚ, ਦੂਜੀ ਗੱਲ ਇਹ ਵੀ ਹੈ ਕਿ ਸਮਾਜ ਦੇ ਵਿੱਚ ਔਰਤ ਨੂੰ ਅੱਗੇ ਵਧਣ ਦਾ ਹੱਕ ਹੀ ਕਿੱਥੇ ਦਿੱਤਾ ਸੀ। ਬਿਲਕੁਲ ਹੈ ਨਾ, ਤੇ ਜਿਹੜਾ ਕੋਈ ਸਮਾਜ ਵਿੱਚ ਵਰਤਾਰਾ ਚੱਲ ਰਿਹਾ ਸੀ, ਔਰਤ ਉਸੇ ਤਰੀਕੇ ਨਾਲ ਵਰਤ ਰਹੀ ਸੀ ਆਪਣੇ ਆਪ ਨੂੰ, ਉਸੇ ਤਰੀਕੇ ਨਾਲ ਚੱਲ ਰਹੀ ਸੀ। ਜੇ ਉਸ ਵੇਲੇ ਔਰਤ ਨੂੰ ਕੋਈ ਹੱਕ ਹੁੰਦਾ ਤਾਂ ਹੋ ਸਕਦਾ ਸੀ 5 ਦੀਆਂ 5 ਔਰਤਾਂ ਹੀ ਅੱਗੇ ਉੱਠਦੀਆਂ। ਨਹੀਂ, ਫਿਰ ਅੱਗੇ ਲੈ ਲਓ ਨਾ ਮਾਈ ਭਾਗੋ ਗਈ ਹੈ ਨਾ ਛੱਡ ਕੇ। ਫਿਰ ਤੁਸੀਂ ਜਿਹੜੇ ਮਤਲਬ ਜੇ ਹੁਣ ਆਪਾਂ ਇਸ ਗੱਲ ਤੇ ਹੀ ਆ ਜਾਈਏ ਤਾਂ ਫਿਰ ਮਾਈ ਭਾਗੋ ਵੀ ਤਾਂ ਗਈ ਹੈ ਤਲਵਾਰ ਲੈ ਕੇ। ਕੌਰ ਦੀ ਗੱਲ ਲੈ ਲਓ, ਤੁਸੀਂ ਉੱਥੇ ਕਿੱਥੇ ਸੀ, ਮਰਦ ਉਸ ਵੇਲੇ ਕਿੱਥੇ ਗਏ ਸੀ। ਇਸ ਕਰਕੇ ਰਾਤੀ ਕੱਲੀ ਔਰਤ ਜਾ ਕੇ ਕਿਵੇਂ ਸੰਸਕਾਰ ਕਰਦੀ, ਇਹ ਵੀ ਸਵਾਲ ਉੱਠਦੇ ਨੇ। ਸੋ ਤੁਹਾਡੀ ਮੈਂ ਕੱਟਦੀ ਹਾਂ ਤੁਹਾਡੀ ਦਲੀਲ ਨੂੰ, ਤੇ ਮੈਂ ਬੇਨਤੀ ਕਰਦੀ ਉਸ ਭਾਈ ਸਾਹਿਬ ਨੂੰ ਕਿ ਜਦੋਂ ਚਾਹੇ ਜਿੱਥੇ ਚਾਹੇ ਆ ਕੇ, ਜਿੰਨੀ ਦੇਰ ਚਾਹੇ ਤੁਸੀਂ ਕਿਸੇ ਵੀ ਇਸ ਪੁਆਇੰਟ ਤੇ ਆ ਕੇ ਸਾਡੇ ਨਾਲ ਡਿਬੇਟ ਕਰ ਸਕਦੇ ਹੋ। ਔਰ ਅਸੀਂ ਨਹੀਂ ਕਹਿੰਦੇ ਕਿ ਅਸੀਂ ਤੁਹਾਨੂੰ ਕੋਈ ਹਰਾਉਣਾ ਹੈ ਆਪਣੀਆਂ ਦਲੀਲਾਂ ਦੇ ਨਾਲ, ਬਿਲਕੁਲ ਨਹੀਂ। ਅਸੀਂ ਤਾਂ ਗੁਰੂ ਸਾਹਿਬ ਦੇ ਹਵਾਲਿਆਂ ਦੇ ਨਾਲ ਜਦ ਗੁਰੂ ਸਾਹਿਬ ਜੋ ਕਹਿੰਦੇ ਨੇ ਅਸੀਂ ਸਿਰਫ ਉਹਦੇ ਤੇ ਗੱਲ ਕਰ ਸਕਦੇ। ਬਿਲਕੁਲ। ਫਿਰ ਤੁਸੀਂ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਨੂੰ ਕਿਵੇਂ, ਜੇ ਮਾਤਾ ਗੁਜਰੀ ਜੀ ਨਾ ਹੁੰਦੇ ਤਾਂ ਮੇਰਾ ਖਿਆਲ ਅੱਜ ਭਾਰਤ ਦੀ ਜਿਹੜੀ ਸੰਸਕ੍ਰਿਤੀ ਜਿਹੜੀ ਜੋ ਵੀ ਬਚੀ ਹੈ ਨਾ, ਜੇ ਮਾਤਾ ਗੁਜਰੀ ਨਾ ਹੁੰਦੇ ਤੇ ਫਿਰ ਨਹੀਂ ਸੀ ਹੋਣੀ। ਉਹਨਾਂ ਦੇ ਬਲੀਦਾਨ ਕਰਕੇ ਹੋਇਆ। ਮੈਂ ਤਾਂ ਇੱਥੋਂ ਤੱਕ ਕਹੂੰ ਮਾਫ ਕਰਨਾ ਕਿ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਉਸ ਤੋਂ ਬਾਅਦ ਹੈ। ਸਭ ਤੋਂ ਪਹਿਲਾਂ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਅਸੀਂ ਰੱਖੀਏ। ਸੋ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਔਰਤਾਂ, ਉਸ ਤੋਂ ਵੀ ਅੱਗੇ ਚੱਲੀਏ ਤਾਂ ਮਾਤਾ ਭਾਨੀ ਜਿਹੜੇ ਹੋਏ ਆ ਉਹਨਾਂ ਦੀ ਕੁਰਬਾਨੀ ਨੂੰ ਕੌਣ ਇਨਕਾਰ ਕਰ ਸਕਦਾ। ਉਹਨਾਂ ਨੇ ਪੂਰੀ ਦੀ ਪੂਰੀ ਪੀੜ੍ਹੀ ਨੂੰ ਆਪਣੇ ਮਤਲਬ ਕੁਰਬਾਨੀਆਂ ਵਾਸਤੇ ਤਿਆਰ ਕਰ ਲਿਆ। ਸੋ ਮਾਫ ਕਰਨਾ। ਸੋ ਇਸ ਕਰਕੇ ਤੁਹਾਡੀ ਜਿਹੜੀ ਆ ਬੜੀ ਹਾਸੋਹੀਣੀ ਦਲੀਲ ਸੀ ਕਿ ਉਸ ਵੇਲੇ ਕਿਉਂ ਨਹੀਂ ਉੱਠੀ। ਇਹ ਤਾਂ ਸ਼ੁਰੂਆਤ ਹੀ ਔਰਤ ਤੋਂ ਹੋਈ ਹੈ। ਜੇ ਦੇਖਿਆ ਜਾਵੇ ਤਾਂ ਕਿੱਡਾ ਵੱਡਾ ਜਿਹੜਾ ਸੰਯਮ ਸੀਗਾ ਮਾਤਾ ਸੁਲੱਖਣੀ ਦੇ ਵਿੱਚ, ਜਿਨ੍ਹਾਂ ਨੇ ਮਤਲਬ ਆਪਣੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਛੱਡ ਕੇ ਆਪਣੇ ਘਰ ਦੇ ਵਿੱਚ ਛੱਡ ਕੇ ਤੇ ਪੂਰੀ ਦੁਨੀਆ ਨੂੰ ਸੋਧਣ ਵਾਸਤੇ। ਇਹ ਵੀ ਕਿਵੇਂ ਅਸੀਂ ਭੁੱਲ ਸਕਦੇ ਹਾਂ ਕਿ ਜੇ ਗੁਰੂ ਨਾਨਕ ਸਾਹਿਬ ਅੱਜ ਦੇ ਦਿਨ ਧਰਤੀ ਤੇ ਆਏ ਤਾਂ ਉਹਨਾਂ ਨੂੰ ਜਨਮ ਦੇਣ ਵਾਲੀ ਵੀ ਮਾਤਾ ਸੀ। ਬਿਲਕੁਲ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿੱਤ ਜੰਮੇ ਰਾਜਾਨ। ਸੋ ਉਸ ਤੋਂ ਫਿਰ ਆਪਾਂ ਗੁਰੂ ਨਾਨਕ ਸਾਹਿਬ ਤੋਂ ਲਾ ਲਈਏ ਕਿ ਉਹਨਾਂ ਨੇ ਕਿਹਾ ਕਿ ਮੈਂ ਜਨੇਊ ਨਹੀਂ ਪਾਉਣਾ, ਵੀ ਜਿਹੜਾ ਜਨੇਊ ਮੇਰੀ ਭੈਣ ਨੂੰ ਨਹੀਂ ਪਾਇਆ ਜਾਂਦਾ ਗਾ। ਸੋ ਤੁਸੀਂ ਕਿਵੇਂ ਕਹਿੰਦੇ, ਇੱਥੋਂ ਹੀ ਚਲੋ ਲਾ ਲਓ ਵੀ ਜੇ ਉਸ ਧਰਮ ਨੂੰ ਠੋਕਰ ਗੁਰੂ ਨਾਨਕ ਸਾਹਿਬ ਮਾਰਦੇ ਨੇ ਜਿਹਦੇ ਵਿੱਚ ਔਰਤ ਦਾ ਸਤਿਕਾਰ ਨਹੀਂ, ਤਾਂ ਫਿਰ ਕਿਉਂ ਨਹੀਂ ਭਾਈ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਇਸ ਪਰੰਪਰਾ ਨੂੰ ਚਲਾਉਂਦੇ। ਹੋਰ ਕੋਈ ਦਲੀਲਾਂ ਦੀ ਲੋੜ ਹੈ। ਮਾਤਾ ਜਿਹੜੀ ਮਾਤਾ ਭਾਨੀ ਜੀ ਦੀ ਗੱਲ ਆ ਗਈ ਆ,
ਮਾਤਾ ਗੁਜਰੀ ਜੀ ਦੀ ਗੱਲ ਆ ਗਈ ਆ, ਹੁਣ ਮਾਤਾ ਜੀਤੋ ਜੀ, ਸਾਹਿਬ ਦੇਵਾ ਜੀ, ਸੋ ਮਾਈ ਭਾਗੋ, ਔਰ ਇਹਨਾਂ ਦੀ ਕੁਰਬਾਨੀਆਂ ਨੂੰ ਤੁਸੀਂ ਕਿਵੇਂ ਭੁਲਾ ਸਕਦੇ? ਛੋਟੀਆਂ ਸੀ, ਉਸੇ ਕਾਲ ਦੀਆਂ ਕੁਰਬਾਨੀਆਂ ਨੇ ਹੈਗੀਆਂ ਨੇ, ਬਰਾਬਰ ਨੇ। ਸੋ ਇਸ ਕਰਕੇ ਇਹ ਕੋਈ ਦਲੀਲ ਨਹੀਂ ਬਣਦੀ ਕਿ ਉਹਨਾਂ ਨੇ ਅੱਗੇ ਨਹੀਂ ਆਈਆਂ। ਸਿਰਫ ਇਹ ਇਸੇ ਨੂੰ ਲੈ ਕੇ ਨਹੀਂ ਤੁਸੀਂ ਚੱਲ ਸਕਦੇ ਕਿ ਵੀ ਉਹ ਅੱਗੇ ਨਹੀਂ ਆਈਆਂ। ਫਿਰ ਪਤਾਸੇ ਵੀ ਉਹ ਕਿਸੇ ਪਿਆਰੇ ਤੋਂ ਪਵਾ ਸਕਦੇ ਸੀਗੇ। ਸੋ ਇਹ ਚੀਜ਼ਾਂ ਸਾਨੂੰ ਸੋਚਣੀਆਂ ਬਣਦੀਆਂ ਨੇ ਗੱਲ ਕਰਨ ਤੋਂ ਪਹਿਲਾਂ। ਤਾਂ ਸੋ ਜੇ ਆਪਾਂ ਇਸ ਸਾਰੀ ਚਰਚਾ ਨੂੰ ਵਿਰਾਮ ਦਈਏ ਤਾਂ ਮੇਰੇ ਖਿਆਲ 'ਚ ਅੱਜ ਵੀ ਅਸੀਂ ਇਸ ਗੱਲ ਤੇ ਗੁਰੂ ਸਾਹਿਬ ਜੋ ਕਹਿੰਦੇ ਆ ਕਿ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ ਬਾਹਰ ਚੁੱਟ ਗਈਆਂ। ਸੋ ਇਹੀ ਹਾਲਤ ਸਾਡੇ ਅੱਜ ਦੇ ਸਮਾਜ ਦੇ ਲੋਕਾਂ ਦਾ ਹੈ, ਜਿਹਦੇ ਬਾਰੇ ਸਾਨੂੰ ਬਹੁਤ ਵਿਚਾਰ ਕਰਨ ਦੀ ਲੋੜ ਹੈ ਤੇ ਬਹੁਤ ਜ਼ਿਆਦਾ ਇਹਦੇ ਬਾਰੇ ਆਪਣੇ ਅਮਲਾਂ ਨੂੰ ਉਸ ਮਾਮਲੇ ਤੇ ਲੈ ਕੇ ਆਉਣ ਦੀ ਲੋੜ ਹੈ, ਜਿਹੜੇ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ, ਜਿਹੜੇ ਵਾਸਤੇ ਉਹਨਾਂ ਨੇ 1430 ਪੰਨੇ ਬਾਅਦ ਦੇ ਵਿੱਚ ਪੂਰੇ ਕਰਕੇ ਸਾਡੇ ਸਾਹਮਣੇ ਰੱਖੇ ਆ ਗੁਰੂ ਦੇ ਰੂਪ ਦੇ ਵਿੱਚ। ਸੋ ਇਹ 1430 ਅੰਗ ਜਿਹੜੇ ਪੰਨੇ ਨੇ, ਇਹ ਅੰਗ ਨੇ ਜਿਨ੍ਹਾਂ ਨੂੰ ਸਾਨੂੰ ਵਿਚਾਰਨਾ ਤੇ ਪੂਰੀ ਤਰ੍ਹਾਂ ਮਨਨ ਕਰਨਾ, ਚਿੰਤਨ ਕਰਨਾ। ਬਿਲਕੁਲ, ਮੰਨਿਆ ਤੇ ਫਿਰ ਮੰਨ ਕੇ ਭਾਉ ਕਰਨਾ, ਭਾਉ ਮਤਲਬ ਪਿਆਰ, ਤੇ ਫਿਰ ਵਿਚਾਰ, ਤੇ ਜਦੋਂ ਵਿਚਾਰਾਂ ਕਰਦੇ ਆ ਨਾ ਅਸੀਂ ਤੇ ਫਿਰ ਜੀਵਨ ਦੇ ਵਿੱਚ ਢਾਲਦੇ ਆ। ਫਿਰ ਕਿਵ ਸਚਿਆਰਾ, ਜਦੋਂ ਸਵਾਲ ਉੱਠਦਾ ਨਾ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਤਾਂ ਫਿਰ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਹੁਕਮ ਦੇ ਅੰਦਰ ਰਹਿ ਕੇ, ਹੁਕਮ ਦਾ ਵੀ ਕਿਸੇ ਵੇਲੇ ਸਾਇੰਟੀਫਿਕਲੀ ਆਪਾਂ ਖੁਲਾਸਾ ਕਰਾਂਗੇ। ਬਹੁਤ ਸਾਰੀਆਂ ਗੱਲਾਂ ਸੀ, ਟਾਈਮ ਬਹੁਤ ਥੋੜ੍ਹਾ ਸੀਗਾ, ਇਸ ਕਰਕੇ ਗੁਰੂ ਨਾਨਕ ਸਾਹਿਬ ਦੀ ਸਾਡਾ ਮਕਸਦ ਇੰਨਾ ਸੀ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਜਿਹੜਾ ਹੈਗਾ ਉਹ ਵਿਗਿਆਨਕ ਪੱਖੋਂ ਵੀ ਕਿੰਨੀ ਕ੍ਰਾਂਤੀਕਾਰੀ ਆ, ਕਿੰਨੀ ਤਰਕਵਾਦੀ ਆ, ਕਿੰਨੀ ਦਲੀਲ ਦੇ ਨਾਲ ਭਰੀ ਹੋਈ ਆ, ਉਹ ਰੱਖੀਏ। ਔਰ ਹੁਣ ਇਹ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਹਰ ਸਾਲ ਜਿਹੜਾ ਹੈਗਾ ਕੱਤਕ ਦੀ ਪੂਰਨਮਾਸ਼ੀ ਕਹਿ ਲਓ, ਜਾਂ ਜੋ ਅੱਜ ਹਰ ਸਾਲ ਅਸੀਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਗੁਰਦੁਆਰਿਆਂ ਦੇ ਵਿੱਚ ਲੰਗਰ ਛਕ ਕੇ, ਸਿਰਫ ਪਕਵਾਨ ਛਕ ਕੇ ਹੀ ਸਮਝ ਲੈਣਾ ਕਿ ਸੁਰਖਰੂ ਹੋ ਜਾਣਾ ਕਿ ਅਸੀਂ ਬਾਬੇ ਦਾ ਜਨਮ ਦਿਨ ਮਨਾ ਲਿਆ। ਇਹ ਤਾਂ ਕੋਈ ਗੱਲ ਨਾ ਬਣੀ ਭਾਈ। ਸੋ ਉਹਨਾਂ ਨੇ ਕੀ ਕਿਹਾ ਸਚਿਆਰ ਜੀਵਨ ਦੇ ਲਈ, ਸਾਨੂੰ ਉਹ ਵੀ ਦੇਖਣਾ ਪਏਗਾ। ਅਸੀਂ ਇਹ ਨਹੀਂ ਕਹਿੰਦੇ ਕਿ ਉੱਥੇ ਲੰਗਰ ਨਹੀਂ ਛਕਣਾ ਜਾਂ ਲੰਗਰ ਬਣਨਾ ਨਹੀਂ ਚਾਹੀਦਾ, ਬਿਲਕੁਲ ਬਣਨਾ ਚਾਹੀਦਾ, ਕਿਉਂਕਿ ਪਹਿਲਾਂ ਸਰੀਰ ਨੂੰ ਐਨਰਜੀ ਚਾਹੀਦੀ ਆ, ਉਸ ਤੋਂ ਬਾਅਦ ਇਸੇ 'ਚੋਂ ਕਨਸੈਪਟ 'ਚੋਂ ਨਿਕਲਿਆ ਸੀ ਪਹਿਲੇ ਪੰਗਤ ਪਾਛੇ ਸੰਗਤ। ਸੋ ਪਰ ਅੱਜ ਦੇ ਦਿਨ 'ਤੇ ਜੇ ਅਸੀਂ ਕਸਮ ਖਾ ਲਈਏ ਕਿ ਸਾਨੂੰ ਬਾਬੇ ਨੇ ਰਾਹ ਕਿਹੜੇ ਤੋਰਿਆ ਸੀ ਤੇ ਅਸੀਂ ਰਾਹ ਫੜ ਕਿਹੜੇ ਲਏ ਆ, ਜੇ ਅੰਦਰਾਂ ਝਾਤੀ ਮਾਰੀਏ, ਗਰੇਬਾਨ ਦੇ ਵਿੱਚ ਅਸੀਂ ਝਾਤੀ ਮਾਰੀਏ, ਤਾਂ ਸਾਨੂੰ ਪਤਾ ਚੱਲੇਗਾ ਕਿ ਅਸੀਂ ਤਾਂ ਸੇਰ 'ਚ ਪੂਣੀ ਵੀ ਨਹੀਂ ਕੱਤੀ ਵੀ ਜਿਹੜੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਜੋ ਕਿਹਾ ਸੀ ਕਿ ਅਸੀਂ ਉਹਨਾਂ 'ਤੇ ਚੱਲਦੇ, ਉਹਨਾਂ ਸਿਧਾਂਤਾਂ 'ਤੇ। ਸੋ ਚੱਲਣ ਦੀ ਲੋੜ ਹੈ, ਜੀਵਨ ਦੇ ਵਿੱਚ ਅਪਣਾਉਣ ਦੀ ਲੋੜ ਆ, ਤਾਂ ਕਿ ਸਾਡਾ ਜੀਵਨ ਸੱਚਿਆਰ ਬਣ ਸਕੇ। ਇੰਨੀਆਂ ਵਿਚਾਰਾਂ ਦੇ ਨਾਲ ਆਪਾਂ ਲਈ ਇਜਾਜ਼ਤ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਔਰ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਅਤੇ ਕਮੈਂਟ ਵੀ ਕਰ ਦਿਓ, ਸੋ ਤਾਂ ਕਿ ਵਿਚਾਰਾਂ ਜਿਹੜੀਆਂ ਅੱਗੇ ਤੋਂ ਅੱਗੇ ਪਹੁੰਚਦਾ। ਤਾਂ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਆ ਕਰੋ, ਤੁਹਾਡੇ ਸੁਝਾਅ ਸਾਡੇ ਲਈ ਬਹੁਤ ਕੀਮਤੀ ਨੇ। ਬਿਲਕੁਲ ਜੀ, ਅਸੀਂ ਬਿਲਕੁਲ ਨਾਦਾਨ ਆ, ਅਸੀਂ ਅਣਜਾਣ ਆ। ਸੋ ਤੁਹਾਡੀਆਂ ਜਿਹੜੇ ਸੁਝਾਅ ਨੇ ਸਾਡੇ ਲਈ ਬੇਸ਼ਕੀਮਤੀ। ਬਿਲਕੁਲ, ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ।